ਬਹੁਤ ਸਾਰੀਆਂ ਗੱਲਾਂ ਜਿਹੜੀਆਂ ਡਾਇਸਪੋਰਾ ਦੇ ਹਵਾਲੇ ਨਾਲ ਕਰਨ ਵਾਲੀਆਂ ਉਹ ਇਸ ਕਰਕੇ ਕਿ ਜਦੋਂ ਪਿਛਲੇ ਸਾਲ ਇਹਦੀ ਸੰਕਲਪਨਾ ਕੀਤੀ ਸੀਗੀ ਪਹਿਲੀ ਪੰਜਾਬੀ ਡਾਇਸਪੋਰਾ ਕਾਨਫਰੰਸ ਕਰਨ ਦੀ, ਤਾਂ ਉਸ ਸਮੇਂ ਯੂਨੀਵਰਸਿਟੀ ਦੇ ਮਨ ਵਿੱਚ ਕੁਝ ਸਮੱਸਿਆਵਾਂ ਸੀਗੀਆਂ ਕਿ ਪੰਜਾਬ ਤੋਂ ਬਾਹਰ ਵਸਦਾ ਹੈਗਾ, ਅਤੇ ਜਿਹੜਾ ਪੰਜਾਬ ਤੋਂ ਬਾਹਰ ਵਸਦਾ ਹੈਗਾ ਉਸ ਦੀਆਂ ਸਮੱਸਿਆਵਾਂ ਕੀ ਨੇ, ਉਸ ਦਾ ਸਾਹਿਤ ਕੀ ਆ, ਉਹਦਾ ਸੱਭਿਆਚਾਰ ਕੀ ਆ, ਉਸ ਦੀ ਸਾਨੂੰ ਸਟੱਡੀ ਕਰਨੀ ਚਾਹੀਦੀ ਹੈ। ਉਸ ਅਧੀਨ ਲਿਆ ਸੀ ਅਤੇ ਪਿਛਲੀ ਵਾਰੀ ਜਿਹੜਾ ਇਹਦਾ ਟੌਪਿਕ ਰੱਖਿਆ ਸੀਗਾ ਉਹ ਪੰਜਾਬੀ ਡਾਇਸਪੋਰੇ ਦੀ ਪਛਾਣ ਬਾਰੇ ਸੀ ਕਿ ਇਹਦੀ ਪਛਾਣ ਕੀ ਹੈ, ਇਹਦੀ ਆਇਡੈਂਟੀ ਕੀ ਹੋ ਸਕਦੀ ਹੈ। ਤਾਂ ਇਸ ਵਾਰ ਇਹ ਸੋਚਿਆ ਗਿਆ ਕਿ ਮੂਲਵਾਸ ਅਤੇ ਪ੍ਰਵਾਸ ਦੇ ਅੰਤਰ ਸੰਬੰਧ ਕੀ ਹੈਗੇ ਆ, ਕਿ ਮੂਲਵਾਸ ਕੀ ਆ ਅਤੇ ਪ੍ਰਵਾਸ ਦੇ ਅੰਤਰ ਸੰਬੰਧ ਕੀ ਨੇ। ਵਾਰ-ਵਾਰ ਕਾਨਫਰੰਸਾਂ ਕਰਾਉਣ ਨਾਲ, ਯੂਨੀਵਰਸਿਟੀ ਦੇ ਵਿੱਚ ਕਾਨਫਰੰਸਾਂ ਹੋਣ ਨਾਲ ਕੁਛ ਗੱਲਾਂ ਦਾ ਪਹਿਲਾਂ ਪਤਾ ਲੱਗ ਜਾਂਦਾ। ਇੱਕ ਤਾਂ ਇਹ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਉਦਘਾਟਨੀ ਸੈਸ਼ਨ ਹੁੰਦਾ ਉਸ ਵਿੱਚ ਜਿਹੜੀਆਂ ਗੱਲਾਂ ਹੋਣੀਆਂ ਉਹ ਸਿਧਾਂਤਕ ਅਤੇ ਬਹੁਤ ਦੂਰ ਦੀਆਂ ਅਤੇ ਬਹੁਤ ਵੱਡੀਆਂ ਹੋਣੀਆਂ ਹੁੰਦੀਆਂ। ਉਹਨਾਂ ਗੱਲਾਂ ਦਾ ਪੰਜਾਬੀ ਡਾਇਸਪੋਰਾ ਦੇ ਵਿਸ਼ੇਸ਼ ਸਬਜੈਕਟ ਨਾਲ ਬਹੁਤਾ ਆਮ ਕਰਕੇ ਸੰਬੰਧ ਜੁੜਦਾ ਨਹੀਂ, ਜਾਂ ਓਪਰਾ ਸੰਬੰਧ ਜੁੜਦਾ ਹੈਗਾ। ਦੂਸਰਾ ਇਹ ਹੁੰਦਾ ਹੈ ਕਿ ਆਮ ਕਰਕੇ ਜਿਹੜੀ ਗੱਲ ਹੋ ਜਾਂਦੀ ਹੈ ਕਿ ਜਦੋਂ ਅਸੀਂ ਕੀ ਨੋਟ ਐਡਰੈਸ ਦੀ ਗੱਲ ਕਰਦੇ ਹਾਂ ਤਾਂ ਪਿਛਲੀ ਵਾਰੀ ਜਿਹੜਾ ਕੀ ਨੋਟ ਐਡਰੈਸ ਉਹ ਤਾਤਲਾ ਸਾਹਿਬ ਨੇ ਦਿੱਤਾ ਸੀ, ਤਾਂ ਉਸ ਸਮੇਂ ਵੀ ਇਹਨਾਂ ਨੇ ਇੱਕ ਗੱਲ ਉਠਾਈ ਸੀਗੀ, ਉਹ ਇਹ ਕਿ ਵੀ ਪੰਜਾਬੀ ਡਾਇਸਪੋਰਾ ਦੀ ਬਜਾਏ ਸ਼ਾਇਦ ਉਹਨਾਂ ਦਾ ਜਿਹੜਾ ਸਟੱਡੀ ਖੇਤਰ ਆ ਉਹ ਸਿੱਖ ਡਾਇਸਪੋਰਾ, ਇਸ ਕਰਕੇ ਉਹਨਾਂ ਨੂੰ ਵਾਰ-ਵਾਰ ਲੱਗਦਾ ਰਹਿੰਦਾ ਕਿ ਸਿੱਖ ਡਾਇਸਪੋਰਾ ਹੀ ਡਾਇਸਪੋਰਾ ਹੈ, ਪੰਜਾਬੀ ਡਾਇਸਪੋਰਾ ਕੋਈ ਡਾਇਸਪੋਰਾ ਨਹੀਂ ਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਹੈਗਾ ਉਹ ਪੰਜਾਬੀ ਡਾਇਸਪੋਰਾ ਮੰਨਦਾ, ਜਿਹਦਾ ਹਿੱਸਾ ਇੱਕ ਸਿੱਖ ਡਾਇਸਪੋਰਾ ਵੀ ਆ, ਮੁਸਲਮਾਨ ਡਾਇਸਪੋਰਾ ਵੀ ਹੋ ਸਕਦਾ ਅਤੇ ਹਿੰਦੂ ਡਾਇਸਪੋਰਾ ਵੀ ਹੋ ਸਕਦਾ। ਇਹ ਮੈਂ ਕਿ ਪੰਜਾਬੀ ਯੂਨੀਵਰਸਿਟੀ ਦੀ ਜਾਂ ਪੰਜਾਬ ਦੀ ਇਹ ਕਨਫਰਮ ਇੱਕ ਸਟੇਟਮੈਂਟ ਹੈਗੀ ਆ। ਇਸ ਨੂੰ ਮੈਂ ਕਿ ਤੁਹਾਡਾ ਸਟੱਡੀ ਏਰੀਆ ਜ਼ਰੂਰ ਸਿੱਖ ਡਾਇਸਪੋਰਾ ਹੋ ਸਕਦਾ, ਉਸ ਨੂੰ ਤੁਸੀਂ ਰੈਗੂਲਰ ਕੰਟੈਸਟ ਕਰਦੇ ਰਹੋ, ਪਰ ਇਹ ਨਹੀਂ ਗਾ ਕਿ ਪੰਜਾਬੀ ਡਾਇਸਪੋਰਾ ਦੀ ਬਜਾਏ ਸਿੱਖ ਡਾਇਸਪੋਰਾ ਹੀ ਕਾਨਫਰੰਸ ਹੋਵੇ। ਉਹ ਵੱਖਰੀਆਂ ਕਾਨਫਰੰਸਾਂ ਹੋ ਸਕਦੀਆਂ, ਪਰ ਇਸ ਕਾਨਫਰੰਸ ਦਾ ਉਹ ਮੰਤਵ ਨਹੀਂ ਗਾ। ਜਿਹੜੀ ਸਿਧਾਂਤਕ ਗੱਲ ਸਾਡੇ ਸਾਹਮਣੇ ਪਹਿਲਾਂ ਮਸਲਾ ਖੜਾ ਹੁੰਦਾ ਕਿ ਮੂਲਵਾਸ ਅਤੇ ਪ੍ਰਵਾਸ ਦਾ ਕੀ ਸੰਬੰਧ ਆ, ਅਤੇ ਇਹਦੇ ਵਿੱਚ ਇਹ ਕਿ ਜਿਸ ਨੂੰ ਅੱਜ ਅਸੀਂ ਮੂਲਵਾਸ ਸਮਝਦੇ ਹਾਂ ਉਹ ਅਤੇ ਜਿਸ ਨੂੰ ਅਸੀਂ ਅੱਜ ਪ੍ਰਵਾਸ ਸਮਝਦੇ ਹਾਂ ਉਹਨੂੰ ਅਸੀਂ ਪਰਿਭਾਸ਼ਾਬੱਧ ਕਿਵੇਂ ਕਰੀਏ। ਅਸੀਂ ਇਹ ਸਮਝਦੇ ਹਾਂ ਕਿ ਅੱਜ ਜਦੋਂ ਅਸੀਂ ਮੂਲਵਾਸ ਦੀ ਗੱਲ ਕਰਦੇ ਹਾਂ ਤਾਂ ਐਸ ਪੰਜਾਬ ਨੂੰ ਅਸੀਂ ਮੂਲਵਾਸ ਸਮਝਦੇ ਹਾਂ, ਅਤੇ ਜਿਹੜੇ ਬਾਹਰ ਵਸਦੇ ਆ ਉਹਨੂੰ ਅਸੀਂ ਪ੍ਰਵਾਸ ਕਹਿੰਦੇ ਹਾਂ। ਵੈਸੇ ਅਸੀਂ ਕਹਿੰਦੇ ਹਾਂ ਕਿ ਇਤਿਹਾਸ ਦੇ ਵਿੱਚ ਅਸੀਂ ਇਹ ਵੀ ਪੜ੍ਹਾ ਦਿੰਦੇ ਹਾਂ ਕਿ ਕਿਸੇ ਸਮੇਂ ਜਿਹੜੇ ਆਰੀਅਨ ਆ ਉਹ ਇੱਥੇ ਆਏ, ਅਤੇ ਫਿਰ ਆਰੀਅਨ ਉਸ ਸਮੇਂ ਇੱਥੇ ਪ੍ਰਵਾਸੀ ਸੀ, ਅੱਜ ਇੱਥੇ ਮੂਲਵਾਸੀ ਨੇ। ਕਿੰਨੇ ਚਿਰ ਬਾਅਦ ਕੋਈ ਬੰਦਾ ਕਿਤੇ ਰਹਿੰਦਾ ਮੂਲਵਾਸੀ ਹੋ ਜਾਂਦਾ ਹੈ। ਇੱਕ ਤਾਂ ਇਹ ਸਾਡੇ ਸਾਹਮਣੇ ਸਮੱਸਿਆ ਹੈ ਕਿ ਕਿੰਨੇ ਸਾਲਾਂ ਬਾਅਦ, ਕਿੰਨੀਆਂ ਪੀੜ੍ਹੀਆਂ ਬਾਅਦ, ਕਿੰਨੀਆਂ ਸ਼ਤਾਬਦੀਆਂ ਬਾਅਦ ਸਿੱਥੀਅਨ ਕਬੀਲਿਆਂ ਬਾਰੇ ਜਾਂ ਜੱਟ ਕਬੀਲਿਆਂ ਬਾਰੇ ਅਕਸਰ ਕਿਹਾ ਜਾਂਦਾ ਹੈਗਾ ਕਿ ਇਹ ਬਾਹਰੋਂ ਆਏ ਨੇ, ਪੰਜਾਬ ਦੇ ਵਿੱਚ ਬਾਹਰੋਂ ਆਏ ਆ, ਰਾਜਪੂਤਾਨੇ ਤੋਂ ਬਾਹਰੋਂ ਆਏ ਆ, ਅਤੇ ਰਾਜਪੂਤਾਨੇ ਦੇ ਰਾਹੀਂ ਆਏ ਆ, ਤਾਂ ਉਹ ਕਿੰਨੇ ਕੁ ਸਦੀਆਂ ਬਾਅਦ। ਇੱਕ ਤਾਂ ਇਹ ਆ, ਤਾਂ ਇਸ ਕਰਕੇ ਸਾਨੂੰ ਮੂਲਵਾਸ ਨੂੰ ਸਮਝਣ ਲਈ ਅਤੇ ਪ੍ਰਵਾਸ ਨੂੰ ਸਮਝਣ ਲਈ ਇੱਕ ਗੱਲ ਜ਼ਰੂਰ ਸਮਝਣੀ ਚਾਹੀਦੀ ਹੈ ਕਿ ਇਹ ਸਾਪੇਖਕ ਪ੍ਰਵਿਰਤੀ ਦੇ ਧਾਰਨੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਪ੍ਰਵਾਸ ਧਾਰਨ ਕੀਤਾ, ਅਸੀਂ ਉਹਦੇ ਲਈ ਅੰਗਰੇਜ਼ੀ ਸ਼ਬਦ ਹੋਸਟ ਵਰਤਦੇ ਹਾਂ। ਹੋਸਟ ਦਾ ਅਸੀਂ ਅਨੁਵਾਦ ਕਰ ਲੈਂਦੇ ਹਾਂ ਕਿ ਮੇਜ਼ਬਾਨ ਮੁਲਕ, ਤਾਂ ਅੱਜ ਅਸੀਂ ਅਮਰੀਕਾ ਨੂੰ ਮੇਜ਼ਬਾਨ ਮੁਲਕ ਕਹਿੰਦੇ ਹਾਂ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੇ ਮਾਈਂਡ 'ਚ ਜਿਹੜਾ ਉਹਨਾਂ ਦਾ ਕੰਸੈਪਟ ਬਣਦਾ ਹੈ ਉਹ ਬਣਦਾ ਹੈਗਾ ਗੋਰਿਆਂ ਦਾ, ਅੰਗਰੇਜ਼ਾਂ ਦਾ। ਪਰ ਉਹ ਗੋਰਿਆਂ ਜਾਂ ਅੰਗਰੇਜ਼ਾਂ ਦਾ ਤਾਂ ਕੰਟਰੀ ਨਹੀਂ ਸੀਗਾ, ਬੇਸਿਕਲੀ ਤਾਂ ਰੈੱਡ ਇੰਡੀਅਨਸ ਦਾ ਕੰਟਰੀ ਸੀਗਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਸਾਨੂੰ ਇਹ ਸਪਸ਼ਟ ਹੋਣ ਦੀ ਗੱਲ ਹੈਗੀ ਹੈ ਕਿ ਮੂਲਵਾਸ ਅਤੇ ਪ੍ਰਵਾਸ ਸੰਪੇਖਕ ਰਿਲੇਟਿਵ ਇਹ ਸ਼ਬਦ ਨੇ। ਕਿੰਨੇ ਸਾਲਾਂ ਬਾਅਦ ਕਿਸੇ ਵਾਸੀ ਨੇ ਉੱਥੋਂ ਦਾ ਮੂਲ ਵਾਸੀ ਸਮਝਣਾ ਸ਼ੁਰੂ ਕਰ ਦੇਣਾ, ਅਤੇ ਕਿੰਨੀ ਦੇਰ ਤੱਕ ਬਾਹਰੋਂ ਆਏ ਨੂੰ ਉਹਨੇ ਪ੍ਰਵਾਸੀ ਸਮਝਣਾ, ਇਸ ਨੂੰ ਸਾਨੂੰ ਸੋਚਣਾ ਪਊਗਾ। ਦੂਸਰਾ ਕਿ ਜਿਹੜੇ ਪਹਿਲੇ ਯੁੱਗ ਹੁੰਦੇ ਸੀ ਉਹਨਾਂ ਦੀ ਇੱਕ ਸਮੱਸਿਆ ਸੀਗੀ ਕਿ ਜਦੋਂ ਦੋ ਵੱਖ-ਵੱਖ ਭਾਸ਼ਾਈ ਗਰੁੱਪ ਜਾਂ ਨਸਲੀ ਗਰੁੱਪ ਜਾਂ ਸਮਾਜਿਕ ਸਮੂਹ ਇੱਕ ਦੂਸਰੇ ਨਾਲ ਇੰਟਰੈਕਟ ਕਰਦੇ ਸੀਗੇ, ਤਾਂ ਉਹਨਾਂ ਦਾ ਦੋ ਹੀ ਤਰੀਕੇ ਹੁੰਦੇ ਸੀ, ਜਾਂ ਤਾਂ ਉਹ ਦੂਜੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੇ ਸੀਗੇ, ਮਾਰ ਦਿੰਦੇ ਸੀਗੇ, ਜਾਂ ਉਹਨਾਂ ਨੂੰ ਉਸ ਸਥਿਤੀ ਤੋਂ ਭਜਾ ਦਿੰਦੇ ਸੀਗੇ। ਤੀਜੀ ਸਥਿਤੀ ਕੀ ਸੀਗੀ ਕਿ ਉਹ ਕੁਝ ਚਿਰ ਬਾਅਦ ਉਹਨਾਂ ਦੀ ਭਾਸ਼ਾ ਵੀ ਸਾਂਝੀ ਹੋ ਜਾਂਦੀ ਸੀ, ਉਹਨਾਂ ਦੇ ਆਪਸੀ ਵਿਆਹ ਵੀ ਹੋਣ ਲੱਗ ਪੈਂਦੇ ਸੀ। ਭਾਰਤੀ ਜਾਤ ਪ੍ਰਬੰਧ ਨੂੰ ਛੱਡ ਕੇ ਬਾਕੀ ਜਿੱਥੇ ਵੀ ਕਿਤੇ ਪ੍ਰਵਾਸ ਹੁੰਦਾ, ਆਮ ਕਰਕੇ ਉਹ ਇੱਕ ਦੂਸਰੇ ਨਾਲ ਰਲ ਜਾਂਦੇ ਸੀ। ਸਿਰਫ ਨਸਲੀ ਸਮੂਹਾਂ ਨੂੰ ਛੱਡ ਕੇ ਬਹੁਤੀ ਹਾਲਤਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਘੁਲ ਮਿਲ ਜਾਂਦੇ ਸੀ। ਇਹ ਘੋਲ ਮੇਲ ਆ ਜਿਹੜਾ ਆਪਸੀ ਵਿਆਹਾਂ ਤੋਂ ਲੈ ਕੇ ਇਹ ਭਾਸ਼ਾ ਤੱਕ ਹੁੰਦਾ ਸੀਗਾ, ਅਤੇ ਵਸਤਾਂ ਦਾ ਵਟਾਂਦਰਾ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ, ਭਾਸ਼ਾ ਦਾ ਵਟਾਂਦਰਾ ਵੀ ਸ਼ੁਰੂ ਹੁੰਦਾ ਸੀ। ਜਦੋਂ ਔਰਤ ਦਾ ਭਾਵ ਰਿਲੇਸ਼ਨ ਆਪਸ ਵਿੱਚ ਦੀ ਬਣ ਜਾਂਦੇ ਸੀ ਤਾਂ ਉਹ ਤਿੰਨੇ ਵਟਾਂਦਰੇ ਪੂਰੇ ਹੋ ਜਾਂਦੇ, ਅਤੇ ਉਹ ਸਮਾਜ ਆ ਜਿਹੜਾ ਉਹ ਇੱਕ ਬਣ ਜਾਂਦਾ ਸੀ।
ਉੱਤਰ ਆਧੁਨਿਕ ਯੁੱਗ ਦੇ ਵਿੱਚ ਜਦੋਂ ਹੁਣ ਕਹਿ ਸਕਦੇ ਹਾਂ ਅਸੀਂ ਕਿ ਵਿਸ਼ਵੀਕਰਨ ਅਧੀਨ ਕੁੱਲ ਮਾਨਵੀ ਜਿਹੜੇ ਸਮਾਜਿਕ ਸਮੂਹ ਹੋ, ਚਾਹੇ ਨਸਲੀ ਪੱਧਰ 'ਤੇ ਹੋਣ, ਚਾਹੇ ਪਛਾਈ ਪੱਧਰ 'ਤੇ ਹੋਣ, ਧਾਰਮਿਕ ਪੱਧਰ 'ਤੇ ਹੋਣ, ਇੱਕ ਦੂਜੇ ਦੇ ਸੰਪਰਕ ਵਿੱਚ ਤਾਂ ਆਉਂਦੇ ਆ, ਪਰ ਆਪਣੀ ਹੋਂਦ ਵੀ ਬਣਾਈ ਰੱਖਦੇ ਆ। ਹੁਣ ਇੱਕ ਦੂਜੇ ਨੂੰ ਆਪਣੇ ਵਿੱਚ ਜਜ਼ਬ ਕਰਨ, ਭਾਵ ਅਸਿਮੀਲੇਟ ਕਰਨ ਵਾਲੇ ਮੈਲਟਿੰਗ ਪੌਟ ਦੀ ਥਾਂ 'ਤੇ ਦੂਜੇ ਨੂੰ ਮਾਨਤਾ ਦੇਣ ਜਾਂ ਸਤਿਕਾਰ ਦੇਣ ਜਾਂ ਦੂਸਰੇ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ, ਜਿਹਨੂੰ ਵਾਰ-ਵਾਰ ਅਸੀਂ ਮਲਟੀਕਲਚਰਿਜ਼ਮ ਦੀ ਗੱਲ ਕਰਦੇ ਹਾਂ, ਬਹੁਤ ਸੱਭਿਆਚਾਰਵਾਦ ਦੀ ਗੱਲ ਕਰਦੇ ਹਾਂ। ਪਰ ਅਸਲ ਸਥਿਤੀ ਇਹ ਆ ਕਿ ਇਹ ਕੰਮ ਅਕਾਦਮਿਕ ਪੱਧਰ 'ਤੇ ਤਾਂ ਹੋ ਰਿਹਾ, ਜਾਂ ਅਕਾਦਮਿਕ ਪੱਧਰ 'ਤੇ ਇਹਦੇ ਬਾਰੇ ਗੱਲਬਾਤ ਹੋ ਰਹੀ ਆ, ਅੰਤਰਰਾਸ਼ਟਰੀ ਮੰਚਾਂ 'ਤੇ ਇਹਨੂੰ ਆਦਰਸ਼ ਵਜੋਂ ਵੀ ਪ੍ਰਵਾਨਿਆ ਜਾਂਦਾ ਜਾਂ ਪਛਾਣਿਆ ਜਾਂਦਾ। ਤੁਸੀਂ ਯੂਨੈਸਕੋ ਦੀ ਸਾਈਟ ਖੋਲ੍ਹ ਲਓ, ਉੱਥੇ ਵਾਰ-ਵਾਰ ਗੱਲ ਆ ਕਿ ਜਿਹੜੇ ਡੇਂਜਰ ਦੇ ਵਿੱਚ ਆ ਕਲਚਰ, ਉਹਨਾਂ ਨੂੰ ਬਚਾਉਣਾ ਚਾਹੀਦਾ, ਮਲਟੀਲਿੰਗੁਅਲਿਜ਼ਮ ਹੋਣੀ ਚਾਹੀਦੀ ਆ, ਇਹ ਹੋਣਾ ਚਾਹੀਦਾ, ਇਹ ਹੋਣਾ ਚਾਹੀਦਾ। ਬਹੁਤ ਸਾਰੇ ਦੇਸ਼ਾਂ ਦੀਆਂ ਇਸ ਕਿਸਮ ਦੀਆਂ ਜਥੇਬੰਦੀਆਂ ਵੀ ਆ, ਜਾਂ ਉਹਨਾਂ ਨੇ ਆਪਣੇ ਮਾਟੋ ਵੀ ਬਣਾ ਰੱਖੇ। ਪਰ ਅਸਲੀਅਤ ਦੇ ਵਿੱਚ ਕੀ ਹੁੰਦਾ? ਅਸਲੀਅਤ ਦੇ ਵਿੱਚ ਤਾਂ ਇਹੀ ਹੁੰਦਾ ਕਿ ਇੱਕ ਬੰਦਾ ਘਰੋਂ ਲੜ ਪੈਂਦਾ ਅਤੇ ਉਹ ਲੜ ਪਿਆ ਆਪਸ ਵਿੱਚ ਦੀ, ਉਹਦੇ ਵਿੱਚੋਂ ਕਿਸੇ ਨੇ ਫੋਨ ਕਰਤਾ ਅਤੇ ਇੱਕ ਵਿਸ਼ੇਸ਼ ਭਾਈਚਾਰੇ ਦੇ ਬੰਦੇ ਨੂੰ ਗੋਲੀ ਮਾਰੀ ਜਾਂਦੀ ਹੈ। ਕਿਹਾ ਜਾਂਦਾ ਕਿ ਸ਼ਾਇਦ ਸਾਡਾ ਭੁਲੇਖਾ ਪੈ ਜਾਂਦਾ, ਪੱਗ ਦਾ ਭੁਲੇਖਾ ਪੈ ਜਾਂਦਾ ਕਿ ਤਾਲਿਬਾਨ ਨਾਲ ਰਲਦੀ ਆ, ਇਸ ਕਰਕੇ ਸਾਨੂੰ ਭੁਲੇਖਾ ਪੈ ਗਿਆ। ਪਰ ਓਕ ਕ੍ਰੀਕ ਗੁਰਦੁਆਰੇ ਦੇ ਵਿੱਚ ਤਾਂ ਕੋਈ ਭੁਲੇਖਾ ਨਹੀਂ ਪਿਆ ਗਿਆ। ਅਸਲ ਦੇ ਵਿੱਚ ਸਥਿਤੀ ਇਹ ਕਿ ਚਾਹੇ ਉਹ ਸਭ ਤੋਂ ਵੱਧ ਜਿਹੜੇ ਵਿਦਵਾਨ ਹੈਗੇ ਆ ਉਹ ਫਰਾਂਸ ਦੇ ਨੇ, ਜਿਹੜੇ ਕਹਿੰਦੇ ਆ ਕਿ ਦੂਸਰੇ ਦੀ ਹੋਂਦ ਨੂੰ ਪ੍ਰਵਾਨਣਾ ਚਾਹੀਦਾ, ਪਰ ਜਦੋਂ ਕੜੇ 'ਤੇ ਪਾਬੰਦੀ ਲਾਉਣੀ ਹੁੰਦੀ ਆ, ਜਦੋਂ ਪੱਗ 'ਤੇ ਪਾਬੰਦੀ ਲਾਉਣੀ ਹੁੰਦੀ ਆ, ਤਾਂ ਉਹੀ ਦੇਸ਼ ਅੱਗੇ ਆਉਂਦੇ। ਸੋ ਸਾਨੂੰ ਦੋਵਾਂ ਗੱਲਾਂ 'ਚ ਇੱਕ ਪਛਾਣ ਲੈਣਾ ਚਾਹੀਦਾ ਕਿ ਮਲਟੀਕਲਚਰਲਿਜ਼ਮ ਕਹਿਣ ਲਈ ਇੱਕ ਆਦਰਸ਼ ਵਜੋਂ ਚਾਹੇ ਅੰਤਰਰਾਸ਼ਟਰੀ ਮੰਚਾਂ 'ਤੇ ਅਤੇ ਚਾਹੇ ਅਕੈਡਮਿਕ ਪੱਧਰ 'ਤੇ ਗੱਲ ਹੋਰ ਹੈਗੀ ਆ, ਅਸਲੀਅਤ ਹਜੇ ਵੀ ਹੈ ਕਿ ਦੂਸਰੇ ਨੂੰ ਆਪਣੇ ਵਿੱਚ ਜਜ਼ਬ ਕਰਨ ਦੀ ਪ੍ਰਵਿਰਤੀ ਹੀ ਚੱਲ ਰਹੀ ਹੈ। ਜਦੋਂ ਅਸੀਂ ਸਮੱਸਿਆ ਨੂੰ ਸਮਝਦੇ ਹਾਂ ਕਿ ਇੱਕ ਮੂਲ ਵਾਸਤੇ ਇੱਕ ਪ੍ਰਵਾਸ, ਇਹ ਤਾਂ ਸਾਡੀ ਵਿਸ਼ਾ ਸਮੱਗਰੀ ਹੋ ਗਈ ਜਿਹ 'ਤੇ ਅਸੀਂ ਅਧਿਐਨ ਕਰਨਾ ਹੈ। ਪਰ ਅਧਿਐਨ ਕਰਨ ਦੇ ਲਈ ਸਾਡੇ ਲਈ ਇੱਕ ਸਮੱਸਿਆ ਹੋਰ ਹੈ ਕਿ ਇੱਕ ਦ੍ਰਿਸ਼ਟੀਕੋਣ ਆ ਕਿ ਜਿਹੜੇ ਬੰਦੇ ਪ੍ਰਵਾਸ ਧਾਰਨ ਕਰ ਗਏ, ਉਹਨਾਂ ਦਾ ਦ੍ਰਿਸ਼ਟੀਕੋਣ ਆ ਜਦੋਂ ਉਹ ਇਸ ਚੀਜ਼ ਨੂੰ ਸਟੱਡੀ ਕਰਦੇ ਆ। ਮੈਨੂੰ ਲੱਗਦਾ ਕਿ ਜਦੋਂ ਸੰਘਾ ਸਾਹਿਬ ਬੋਲ ਰਹੇ ਸੀ ਜਾਂ ਤਾਤਲਾ ਸਾਹਿਬ ਬੋਲਦੇ ਆ, ਮੋਸਟ ਪ੍ਰੋਬੇਬਲੀ ਉਹਨਾਂ ਦਾ ਮਨ ਇਹ ਕਿ ਉੱਥੇ ਪ੍ਰਵਾਸੀਆਂ ਨੂੰ ਕੀ ਸਮੱਸਿਆਵਾਂ ਆਉਂਦੀਆਂ, ਉਹ ਪੰਜਾਬ ਨੂੰ ਕਿਵੇਂ ਦੇਖਦੇ ਆ। ਇੱਕ ਸਮੱਸਿਆ ਹੈ ਕਿ ਜਿਹੜੇ ਪੰਜਾਬ ਦੇ ਬੰਦੇ ਨੇ ਉਹ ਪ੍ਰਵਾਸੀਆਂ ਨੂੰ ਕਿਵੇਂ ਦੇਖਦੇ ਨੇ। ਅਗਲੀ ਸਮੱਸਿਆ ਇਹ ਕਿ ਜਿਸ ਦੇਸ਼ ਵਿੱਚ ਤੁਸੀਂ ਰਹਿ ਰਹੇ ਆ, ਉਸ ਦੇਸ਼ ਦਾ ਜਿਹੜਾ ਭਾਰੂ ਭਾਈਚਾਰਾ ਹੈ ਜਾਂ ਜਿਹੜੀ ਉੱਥੋਂ ਦੀ ਕਾਬਜ਼ ਲੀਡਰਸ਼ਿਪ ਹੈਗੀ ਆ, ਪੋਲੀਟੀਕਲ ਲੀਡਰਸ਼ਿਪ ਹੈਗੀ ਆ, ਉਹ ਤੁਹਾਨੂੰ ਤੇ ਤੁਹਾਡੇ ਵਰਗੇ ਹੋਰ ਸਮੂਹਾਂ ਨੂੰ ਕਿੱਦਾਂ ਦੇਖਦੀ ਆ, ਹੋਰ ਪ੍ਰਵਾਸੀ ਸਮੂਹਾਂ ਨੂੰ, ਤੇ ਜਿਹਦੇ ਵਿੱਚ ਪੰਜਾਬੀ ਵੀ ਜਾਂ ਭਾਰਤੀ ਵੀ ਸ਼ਾਮਲ ਆ, ਉਹਨਾਂ ਨੂੰ ਕਿਵੇਂ ਦੇਖਦੀ ਆ। ਇਸ ਕਰਕੇ ਦ੍ਰਿਸ਼ਟੀਕੋਣ ਵੱਖਰੋ ਵੱਖਰੇ ਹੋ ਜਾਂਦੇ ਆ। ਤਾਂ ਉਹਦੇ ਵਿੱਚੋਂ ਮੈਨੂੰ ਜਿਹੜੀ ਗੱਲ ਲੱਗਦੀ ਆ ਕਿ ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ, ਘੱਟੋ ਘੱਟ ਜਦੋਂ ਪੰਜਾਬ ਦੇ ਵਿੱਚੋਂ ਕੋਈ ਬੰਦਾ ਇਹਨਾਂ ਨੂੰ ਸੋਚਦਾ ਤਾਂ ਉਹਦਾ ਦ੍ਰਿਸ਼ਟੀਕੋਣ ਮੋਸਟ ਪ੍ਰੋਬੇਬਲੀ ਕਿ ਪੰਜਾਬੀ ਬੰਦੇ ਦੇ ਦ੍ਰਿਸ਼ਟੀਕੋਣ ਹੁੰਦਾ, ਪੰਜਾਬ 'ਚ ਵਸਦੇ ਦਾ, ਉਹ ਇਸ ਨਜ਼ਰੀਏ ਤੋਂ ਹੀ ਇਹ ਸਾਰੇ ਕੁਛ ਨੂੰ ਦੇਖਦਾ ਹੈਗਾ। ਮੈਂ ਕਾਫੀ ਗੱਲ ਆ ਜਿਹੜੀ ਇਹਦੇ ਸੈਮੀਨਾਰ ਦੇ ਵਿੱਚ ਲਈ ਪੇਪਰ ਜਦੋਂ ਲਿਖਿਆ, ਅਤੇ ਇਹ ਮੈਂ ਨਾ ਆਰਥਿਕਤਾ ਦੁਆਲੇ ਕਰਨੀ ਚਾਹੁੰਦਾ ਸੀਗਾ, ਪਰ ਬਹੁਤ ਚੰਗੀ ਗੱਲ ਆ ਕਿ ਲਗਭਗ ਜਿਹੜੀਆਂ ਮੈਂ ਗੱਲਾਂ ਕਰਨੀਆਂ ਚਾਹੁੰਦਾ ਸੀਗਾ ਉਹ ਗੱਲਾਂ ਸਾਰੀਆਂ ਗਿਆਨ ਸਿੰਘ ਜੀ ਹੋਰਾਂ ਨੇ ਕਰ ਦਿੱਤੀਆਂ। ਅਤੇ ਉਹਦੇ ਵਿੱਚੋਂ ਜਿਹੜੀ ਮੈਂ ਗਿਆਨ ਸਿੰਘ ਜੀ ਹੋਰਾਂ ਤੋਂ ਵਿਸ਼ੇਸ਼ ਤੌਰ 'ਤੇ ਇਹਦੇ ਵਿੱਚ ਪੇਪਰ ਦੇ ਵਿੱਚ ਮੈਂ ਲਿਖਿਆ ਹੀ ਇਹ ਸੀਗਾ ਕਿ ਇੱਕ ਤਰ੍ਹਾਂ ਦੀ ਮੰਗ ਕੀਤੀ ਸੀਗੀ ਕਿ 1980 ਤੱਕ ਤਾਂ ਇਹ ਕਿ ਬਾਹਰੋਂ ਸਰਮਾਇਆ ਆ ਰਿਹਾ ਹੈਗਾ, ਪਰ 1990 ਤੋਂ ਬਾਅਦ ਵਰਤਾਰਾ ਉਲਟ ਜਾਂਦਾ ਹੈ ਕਿ ਬਾਹਰੋਂ ਇਹ ਪੰਜਾਬੀ ਸਰਮਾਇਆ ਜਿਹੜਾ ਉਹ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਹੈਗਾ। ਇਹ ਕਿ ਇਹਦੀ ਐਕਚੁਅਲੀ ਫੈਕਟ ਐਂਡ ਫਿਗਰ ਕੀ ਆ ਸਮਾਜ ਦੇ ਵਿੱਚ ਤਾਂ ਸਾਨੂੰ ਦਿਸਦਾ ਹੈ। ਸਮਾਜ ਦੇ ਵਿੱਚ ਸਾਨੂੰ ਦੇਖਣ ਲਈ ਬਹੁਤੀਆਂ ਮਤਲਬ ਕਿ ਐਨਕਾਂ ਲਾਉਣ ਦੀ ਲੋੜ ਨਹੀਂ ਪੈਂਦੀ, ਉਲਟਾ ਲਾਉਣ ਦੀ ਲੋੜ ਪੈਂਦੀ ਹੈ ਕਿ ਪੰਜਾਬੀ ਦੇ 2 ਅਧਿਆਪਕ ਦੋਨੇ ਰਿਟਾਇਰ ਹੋ ਗਏ, ਦੋਵੇਂ ਬਾਹਰ ਚਲੇ ਗਏ, ਦੋਹਾਂ ਨੇ ਇੱਥੇ ਜ਼ਮੀਨਾਂ ਵੇਚਤੀਆਂ, ਉੱਥੇ ਜਾ ਕੇ ਜ਼ਮੀਨਾਂ ਖਰੀਦ ਲਈਆਂ, ਪੈਸੇ ਇੱਥੋਂ ਸਾਨੂੰ ਲੱਗਿਆ ਕਿ ਉੱਥੇ ਚਲੇ ਗਏ। ਬਾਹਲਾ ਇਹਦੇ ਲਈ ਸੋਚ ਵਿਚਾਰ ਦੀ ਜ਼ਰੂਰਤ ਨਹੀਂ ਪੈਂਦੀ ਗੀ। ਬਾਕੀ ਮਾਂ ਪਿਓ ਨੇ ਆਪਦੀਆਂ ਤਨਖਾਹਾਂ ਦੇ ਵਿੱਚੋਂ ਲੋਨ ਲਏ, ਆਪਦੇ ਬੱਚਿਆਂ ਨੂੰ ਮੈਂ ਕਿ ਬਾਹਰ ਪੜ੍ਹਾਇਆ, ਬਾਹਰ ਫੀਸਾਂ ਭਰੀਆਂ, ਬਹੁਤ ਜ਼ਿਆਦਾ ਫੀਸਾਂ ਭਰੀਆਂ, ਉੱਥੇ ਬਾਹਰ ਬੱਚੇ ਸੈੱਟ ਹੋ ਗਏ, ਬਾਹਰਲਿਆਂ ਨੂੰ ਸਰਵ ਕਰ ਰਹੇ, ਪੈਸੇ ਇੱਥੋਂ ਗਏ। ਸਾਨੂੰ ਤਾਂ ਸਿੱਧਾ ਜੀ ਗੱਲ ਸਮਝ ਆ ਜਾਂਦੀ ਆ, ਪਰ ਇਕਨੋਮਿਕਸ ਦੀ ਜਿਹੜੀ ਸਾਨੂੰ ਲੋੜ ਹੈਗੀ ਆ ਕਿ ਅਸਲ ਕਿੰਨਾ ਪੈਸਾ ਜਾ ਰਿਹਾ ਅਤੇ ਕਿੰਨਾ ਪੈਸਾ ਆ ਰਿਹਾ, ਉਹ ਤਾਂ ਅਰਥ ਸ਼ਾਸਤਰੀ ਦੱਸ ਸਕਦੇ ਆ। ਉਹ ਮੈਂ ਪੇਪਰ ਦੇ ਵਿੱਚ ਇਹ ਮੰਗ ਕੀਤੀ ਸੀ ਕਿ ਅਰਥ ਸ਼ਾਸਤਰੀ ਸਾਨੂੰ ਇਹਦੇ ਬਾਰੇ ਜ਼ਰੂਰ ਦੱਸਣ। ਜਿਹੜਾ ਪੈਸਾ ਆਇਆ ਹੈਗਾ ਉਹਦੇ ਬਾਰੇ ਇੱਕ ਤਾਂ ਉਹ ਪੈਸਾ ਕਿ ਜਿਹੜਾ ਪੈਸਾ ਕਿਸੇ ਨਾ ਕਿਸੇ ਵਿਕਾਸ ਕੰਮਾਂ 'ਤੇ ਲੱਗਿਆ, ਪਰ ਇੱਕ ਬਹੁਤ ਵੱਡਾ ਦੋਸ਼ ਹੈ ਜਿਹਦੇ ਬਾਰੇ ਇਸ਼ਾਰਾ ਹੋ ਗਿਆ। ਮੈਂ ਉੱਤੇ ਬਹੁਤਾ ਟਾਈਮ ਨਹੀਂ ਲਾਉਣਾ ਚਾਹੁੰਦਾ ਹੈਗਾ ਕਿਉਂਕਿ 10 ਮਿੰਟ ਹੋ ਗਏ, 10 ਮਿੰਟ ਹੀ ਹੋਰ ਸਾਡੇ ਕਰੜੇ ਪ੍ਰਧਾਨ ਜੀ ਨੇ ਸਾਨੂੰ ਬੋਲਣ ਦੇਣਾ। ਉਹ ਇਹ ਕਿ ਪਿੰਡਾਂ ਦੇ ਬਾਹਰ ਗੇਟ ਬਣਾਉਣੇ, ਟੂਰਨਾਮੈਂਟ ਕਰਾਉਣੇ ਅਤੇ ਉੱਥੇ ਆ ਕੇ ਪੈਸੇ ਵੰਡਣੇ ਅਤੇ ਗਾਇਕਾਂ ਨੂੰ ਸੱਦਣਾ,
ਜਿਹਨੂੰ ਕਹਿ ਸਕਦੇ ਹਾਂ ਅਸੀਂ ਕਿ ਹਉਮੈ ਨੂੰ ਪੱਠੇ ਪਾਉਣੇ, ਲੱਚਰ ਗਾਇਕੀ ਨੂੰ ਪ੍ਰੋਤਸਾਹਨ ਦੇਣਾ, ਇਸ ਕਿਸਮ ਦੀ ਜਿਹੜੀ ਨੈਗੇਟਿਵਿਟੀ ਉਸ ਪੈਸੇ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹੈ। ਜਾਂ ਜਿਹੜੇ ਘਰ ਪੈਸੇ ਨਹੀਂ ਖਰਚ ਸਕਦੇ ਉਹਨਾਂ ਨੂੰ ਸ਼ਾਹੀ ਵਿਆਹ ਕਰਨ ਲਈ ਜ਼ੋਰ ਦੇਣਾ, ਉਹ ਗੱਲਾਂ ਬਹੁਤ ਜ਼ਿਆਦਾ ਕਰਤੀਆਂ ਹੈਗੀਆਂ ਗਿਆਨ ਸਿੰਘ ਹੋਰਾਂ ਨੇ। ਪਰ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਜ਼ਰੂਰ ਡਿਟੇਲ 'ਚ ਕੱਢਣਾ ਪਊਗਾ ਕਿ ਕਿੰਨਾ ਪੈਸਾ ਆ ਰਿਹਾ ਅਤੇ ਕਿੰਨਾ ਪੈਸਾ ਜਾ ਰਿਹਾ ਹੈਗਾ। ਪਰ ਜਿਹੜਾ ਮੇਰਾ ਮੁੱਖ ਮਸਲਾ ਹੈਗਾ ਉਹ ਮੈਂ ਲਿਟਰੇਚਰ 'ਤੇ ਬੇਸ ਨਹੀਂ ਕੀਤਾ ਜ਼ਿਆਦਾ, ਮੈਂ ਕਲਚਰ 'ਤੇ ਬੇਸ ਕੀਤਾ। ਤਾਂ ਉਹਦੇ ਵਿੱਚੋਂ ਮੈਨੂੰ ਐਂ ਲੱਗਿਆ ਕਿ ਦੋ ਜਿਹੜੀਆਂ ਗੁੰਝਲਾਂ ਉਹ ਬਹੁਤ ਪ੍ਰਵਾਸੀ ਦੇ ਮਨ ਦੇ ਵਿੱਚ ਹੈਗੀਆਂ ਕਿ ਇੱਕ ਤਾਂ ਇਹ ਕਿ ਧਿਆਨ ਦੇਣ ਵਾਲਾ ਨੁਕਤਾ ਹੈ ਕਿ ਮਸਲਾ ਸ਼ੁੱਧ ਆਰਥਿਕ ਨਹੀਂ, ਇਹ ਮਾਨਸਿਕ ਵੀ ਆ। ਪ੍ਰਵਾਸੀ ਜਦੋਂ ਆਪਣਾ ਦੇਸ਼ ਛੱਡ ਕੇ ਜਾਂਦਾ ਤਾਂ ਆਪਣੀਆਂ ਯਾਦਾਂ ਨਾਲ ਜਾਂਦਾ ਹੈ। ਮਨੋਵਿਗਿਆਨਕ ਤੌਰ 'ਤੇ ਪੰਜਾਬੋਂ ਗਈ ਪੀੜ੍ਹੀ ਭੂ ਹੇਰਵੇ ਦਾ ਸ਼ਿਕਾਰ ਹੋਈ। ਅਕਸਰ ਪਿਛਲੀ ਉਮਰ ਆਖਦੀ ਆ ਕਿ ਪੰਜਾਬ ਨਾਲ ਦੀ ਰੀਸ ਨਹੀਂ ਹੈ, ਪਰ ਫਿਰ ਵੀ ਉਹ ਵਿਦੇਸ਼ ਵਿੱਚ ਵੱਸਦੇ ਹਨ ਅਤੇ ਵਸੇ ਰਹਿਣਾ ਚਾਹੁੰਦੇ ਹਨ। ਇਸ ਪਿੱਛੇ ਵੱਡਾ ਤਰਕ ਪੰਜਾਬ ਦੇ ਭ੍ਰਿਸ਼ਟ ਅਫਸਰਸ਼ਾਹੀ ਅਤੇ ਰਾਜਸੀ ਪ੍ਰਬੰਧ ਨੂੰ ਸਮਝਦੇ ਹਨ। ਪ੍ਰਵਾਸੀਆਂ ਦੀ ਆਮ ਧਾਰਨਾ ਅਨੁਸਾਰ ਪੰਜਾਬ ਵਿੱਚ ਹਰ ਕੰਮ ਲਈ ਰਿਸ਼ਵਤ ਦੇਣੀ ਪੈਂਦੀ ਹੈ, ਵਿਦੇਸ਼ ਵਿੱਚ ਰਿਸ਼ਵਤ ਦਾ ਨਾਂ ਨਿਸ਼ਾਨ ਨਹੀਂ। ਅਸਲੀਅਤ ਵਿੱਚ ਵਿਦੇਸ਼ਾਂ ਅੰਦਰ ਆਮ ਨਾਗਰਿਕ ਕੰਮਾਂ, ਡਰਾਈਵਿੰਗ ਲਾਇਸੈਂਸਾਂ, ਗੈਸ ਬਿਜਲੀ ਕਨੈਕਸ਼ਨ ਲੈਣ ਲਈ ਜਾਂ ਛੋਟਾ ਮੋਟਾ ਕਾਰੋਬਾਰ ਕਰਨ ਲਈ ਨਹੀਂ ਰਿਸ਼ਵਤ ਲੈਣੀ ਪੈਂਦੀ, ਪਰ ਵੱਡੇ ਕੰਮਾਂ ਦੇ ਵਿੱਚ ਉੱਥੇ ਵੀ ਰਿਸ਼ਵਤ ਨਹੀਂ ਚੱਲਦੀ ਗੀ। ਮੈਨੂੰ ਲੱਗਦਾ ਹੈ ਕਿ ਇਹ ਸਾਡਾ ਇੱਕ ਅਥਕਥਨੀ ਵਾਲੀ ਗੱਲ ਹੈਗੀ ਆ। ਅਮਰੀਕਾ, ਕੈਨੇਡਾ, ਇੰਗਲੈਂਡ ਅੱਜ ਕੱਲ੍ਹ ਇੰਟਰਨੈਟ ਦੀ ਸਹੂਲਤ, ਤੁਸੀਂ ਮਤਲਬ ਕਿ ਸਕੈਂਡਲ, ਪੋਲੀਟੀਕਲ ਸਕੈਂਡਲ ਇਨ ਅਮਰੀਕਾ, ਤੁਸੀਂ ਇੰਨਾ ਪਾ ਕੇ ਦੇਖ ਲਓ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿਸ ਕਿਸਮ ਦੇ ਪੋਲੀਟੀਕਲ ਸਕੈਂਡਲ ਜਾਂ ਆਰਥਿਕ ਤੌਰ 'ਤੇ ਵੱਡੀਆਂ ਕੰਪਨੀਆਂ ਕਿਸ ਕਿਸਮ ਦੇ ਝਗੜੇ ਕਰਦੀਆਂ, ਕਿਸ ਕਿਸਮ ਦੇ ਮਸਲੇ ਹੁੰਦੇ ਆ। ਰਿਸ਼ਵਤ ਜਾਂ ਭ੍ਰਿਸ਼ਟਾਚਾਰੀ ਜਾਂ ਬੇਈਮਾਨੀ ਉੱਥੇ ਵੀ ਹੁੰਦੀ ਆ। ਜਿਹੜਾ ਇੱਥੇ ਸਵਰਗ ਕਲਪਿਆ ਜਾਂਦਾ ਹੈਗਾ ਉਹ ਇੱਕ ਬਿਲਕੁਲ ਵੱਖਰੀ ਗੱਲ ਆ। ਦੂਜਾ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਉੱਥੋਂ ਦੇ ਲੋਕਾਂ ਦਾ ਆਚਰਣ ਬੜਾ ਸਾਫ਼ ਸੁਥਰਾ ਹੈਗਾ ਅਤੇ ਸਾਡਾ ਆਚਰਣ ਬਹੁਤ ਮਾੜਾ ਹੈਗਾ। ਇਸ ਸੰਬੰਧੀ ਮੈਂ ਕਿ ਕੈਨੇਡੀ ਅਤੇ ਮਾਰਲਨ ਮੁਨਰੋ ਤੋਂ ਲੈ ਕੇ ਬਿਲ ਕਲਿੰਟਨ ਅਤੇ ਮੋਨਾਕੀ ਲੈਵਿੰਸਕੀ ਤੱਕ ਤੁਸੀਂ ਕਿਸੇ ਮਰਜ਼ੀ ਦੇ ਸਕੈਂਡਲ ਉਠਾ ਕੇ ਦੇਖ ਲਓ। ਮੇਰਾ ਖਿਆਲ ਆ ਕਿ ਇਹ ਗੱਲ ਆ ਜਿਹੜੀ ਇਹ ਬਣਦੀ ਕਿਉਂ ਆ ਕਿ ਉੱਥੇ ਸਭ ਕੁਝ ਸ਼ੁੱਧ ਆ ਅਤੇ ਇੱਥੇ ਸਭ ਕੁਝ ਖਰਾਬ ਆ। ਉਹਦਾ ਇੱਕ ਹੋਰ ਵੱਡਾ ਕਾਰਨ ਇਹ ਕਿ ਜਿਹੜੇ ਸਾਡੇ ਖੱਬੇ ਪੱਖੀ ਵਿਦਵਾਨ ਆ ਉਹ ਜਦੋਂ ਬਾਹਰ ਜਾਂਦੇ ਆ ਨਾ ਅਤੇ ਉਹ ਫਿਰ ਸਰਮਾਏਦਾਰੀ ਮੁਲਕ ਦੀਆਂ ਸਿਫਤਾਂ ਉਦੋਂ ਵੀ ਵੱਧ ਕਰਦੇ ਆ ਜਿਹੜੇ ਬਾਹਰ ਜਾ ਕੇ ਵਸਦੇ। ਇਹਦਾ ਕੀ ਕਾਰਨ? ਤਾਂ ਉਹਦਾ ਮੈਨੂੰ ਕਾਰਨ ਉਹਦਾ ਇਹ ਲੱਗਿਆ ਕਿ ਆਪਣੇ ਅੰਦਰ ਨਾ ਉਹਨਾਂ ਦੇਸ਼ੋਂ ਭਗੌੜੇ ਹੋਣ ਦਾ ਦੋਸ਼ੀ ਭਾਵ ਹੁੰਦਾ। ਬੰਦੇ ਅੰਦਰ ਇਹ ਭਾਵ ਆਉਂਦਾ ਕਿ ਜਿਸ ਦੇਸ਼ ਵਿੱਚ ਜੰਮੇ ਪਲੇ, ਜਿੱਥੋਂ ਸਿੱਖਿਆ ਲਈ ਉਹ ਦੇਸ਼ ਛੱਡ ਕੇ ਵਿਦੇਸ਼ੀ ਆ ਗਏ, ਉਹ ਬਹੁਤ ਵਾਰ ਨਾ ਸਹੀ ਸਥਿਤੀ ਦਾ ਬੋਧ ਵੀ ਕਰ ਲੈਂਦੇ ਆ ਕਿ ਇਹ ਕਿਤੇ ਅਸੀਂ ਫਸ ਗਏ। ਪਰ ਡਾਲਰ ਦਰਖਤਾਂ ਨੂੰ ਨਹੀਂ ਲੱਗਦੇ, ਜਾਣ ਕੇ ਵੀ ਕਿ ਪ੍ਰਬੰਧ ਵਿੱਚ ਸਭ ਕੁਝ ਅੱਛਾ ਨਹੀਂ, ਪਰ ਉਹਨਾਂ ਦਾ ਪਿੱਛੇ ਮੁੜਨਾ ਸੰਭਵ ਨਹੀਂ ਹੁੰਦਾ। ਪਿੱਛੇ ਮੁੜਨਾ ਕਿਉਂ ਸੰਭਵ ਨਹੀਂ ਗਾ? ਉਹਦੇ ਵੀ ਬਹੁਤ ਸਾਰੇ ਆਰਥਿਕ ਕਾਰਨ ਨੇ। ਇੱਕ ਕਾਰਨ ਤਾਂ ਇਹ ਕਿ ਬਹੁਤ ਸਾਰੀ ਫੀਸ ਤਾਰ ਚੁੱਕਾ ਹੁੰਦਾ। ਪਾਸਪੋਰਟ ਬਣਾਉਣ ਸਮੇਂ ਵੀਜ਼ਾ ਫੀਸ, ਇੱਥੋਂ ਪੜ੍ਹਨ ਸਮੇਂ ਪੜ੍ਹਨਾ ਕੀ ਆ, ਕਿਹੜੀ ਟ੍ਰੇਨਿੰਗ ਲੈਣੀ ਹੈ। ਬਹੁਤ ਵਾਰੀ ਅਜਿਹੀ ਚੀਜ਼ ਦੀ ਟ੍ਰੇਨਿੰਗ ਲੈ ਲੈਂਦਾ ਹੈ ਕਿ ਜਿਹੜੀ ਟ੍ਰੇਨਿੰਗ ਦੀ ਇੱਥੇ ਕੋਈ ਕੰਮ ਹੈ ਨਹੀਂ, ਬਾਹਰ ਉਹਦਾ ਕੰਮ ਹੋਊਗਾ। ਜਿਵੇਂ ਬਹੁਤ ਸਾਰਿਆਂ ਬੰਦਿਆਂ ਨੇ ਜਾਂ ਕੁੜੀਆਂ ਨੇ ਨੈਨੀ ਕੋਰਸ ਕਰ ਲਿਆ, ਇੱਥੇ ਉਹਦੀ ਕੋਈ ਹੈ ਨਹੀਂ ਗੀ, ਅਤੇ ਬਾਅਦ 'ਚ ਉੱਥੇ ਚਲੇ ਗਏ ਤਾਂ ਉਦੋਂ ਬਾਅਦ ਉਹਨਾਂ ਕੋਲ ਕੋਈ ਰਾਹ ਨਹੀਂ ਰਹਿ ਜਾਂਦਾ। ਪਿੱਛੇ ਰਹਿੰਦੇ ਜਿਹੜੇ ਦੇਸ਼ 'ਚ ਰਹਿੰਦੇ ਪਰਿਵਾਰਕ ਮੈਂਬਰ ਅਤੇ ਉਹਨਾਂ ਦੀਆਂ ਛਾਵਾਂ ਦਾ ਵੀ ਜ਼ੋਰ ਹੋ ਜਾਂਦਾ। ਅਤੇ ਇੱਕ ਵਾਰ ਜਦੋਂ ਬਾਹਰ ਜਾ ਕੇ ਵਸ ਜਾਣ ਅਤੇ ਫਿਰ ਬੱਚੇ ਆ ਜਿਹੜੇ ਉਹ ਕਿਉਂਕਿ ਉੱਥੇ ਪਲੇ ਹੁੰਦੇ ਆ ਉਹ ਵਾਪਸ ਆਉਣੋਂ ਨਾ ਕਰ ਦਿੰਦੇ ਆ। ਇਸ ਹਾਲਤ ਵਿੱਚ ਇੱਕ ਅਜੀਬ ਪ੍ਰਵਾਸੀ ਦੀ ਜਿਹੜੀ ਦਫਾੜਤਾ ਨਾ ਇੱਕ ਮਨੋਗੁੰਝਲ ਨੂੰ ਜਨਮ ਦਿੰਦੀ ਹੈ ਕਿ ਮੂਲ ਦੇਸ਼ ਨੂੰ ਨਿੰਦਣਾ ਅਤੇ ਮੇਜ਼ਬਾਨ ਦੇਸ਼ ਨੂੰ ਸਲਾਉਣਾ। ਅਤੇ ਇਹ ਜਿਹੜਾ ਸਲਾਉਣਾ ਇਹ ਕੀ ਆ ਕਿ ਪੰਜਾਬ ਦੇ ਪ੍ਰਬੰਧ ਨੂੰ ਹੱਦੋਂ ਵੱਧ ਗੈਰ ਅਨੁਪਾਤਕ ਤੌਰ 'ਤੇ ਵਿਦੇਸ਼ ਦੇ ਪ੍ਰਬੰਧ ਨੂੰ ਸਲਾਉਣ ਦੀ ਮਨੋਗੁੰਝਲ ਵਿੱਚ ਫਸ ਜਾਂਦੇ ਆ ਅਤੇ ਕਈ ਵਾਰ ਜਿਹੜੀ ਇਹ ਮਨੋਗੁੰਝਲ ਆ ਇਹ ਉਹਨਾਂ ਦੀ ਮਨੋਗ੍ਰੰਥੀ ਬਣ ਜਾਂਦੀ ਆ। ਮੇਰਾ ਇੱਕ ਧਾਰਨਾ ਇਹ ਹੈਗੀ ਆ ਕਿ ਸਾਡਾ ਦੇਸ਼ ਬਾਹਲਾ ਵਧੀਆ ਨਹੀਂ, ਪੰਜਾਬ ਬਾਹਲਾ ਵਧੀਆ ਨਹੀਂ, ਬਹੁਤ ਕੁਝ ਇਹਦੇ ਵਿੱਚ ਠੀਕ ਕਰਨ ਵਾਲਾ ਹੈ, ਪਰ ਫਿਰ ਵੀ ਇਹਦੇ ਵਿੱਚ ਵੀ ਕੋਈ ਚੰਗੀਆਂ ਗੱਲਾਂ ਜਾਂ ਕੁਝ ਇਸ਼ਾਵਾਂ ਨੇ। ਬਾਹਰਲੇ ਦੇਸ਼ਾਂ ਵਿੱਚ ਬਹੁਤ ਵਧੀਆ ਗੱਲਾਂ ਪਰ ਉੱਥੇ ਵੀ ਬਹੁਤ ਮਾੜੀਆਂ ਗੱਲਾਂ। ਪਰ ਜਦੋਂ ਪ੍ਰਵਾਸੀ ਇਸ ਨੂੰ ਪੇਸ਼ ਕਰਦਾ, ਜਦੋਂ ਉਹਨੂੰ ਪੁੱਛੀਏ ਕਿਸੇ ਇੰਟਰਵਿਊ 'ਤੇ ਪੁੱਛੀਏ ਕਿ ਤੁਸੀਂ ਫਿਰ ਵਾਪਸ ਕਿਉਂ ਨਹੀਂ ਆ ਜਾਂਦੇ ਜੇ ਪੰਜਾਬ ਨਾਲ ਦੀ ਰੀਸ ਨਹੀਂ, ਤਾਂ ਉਦੋਂ ਉਹ ਦੇਸ਼ ਨੂੰ ਹੱਦੋਂ ਵੱਧ ਜਿਹੜੀ ਨਿੰਦਣ ਦੀ ਮਨੋਗੁੰਝਲ 'ਚ ਫਸਦਾ ਹੈ। ਉਹਦਾ ਕਾਰਨ ਕਿਤੇ ਨਾ ਕਿਤੇ ਉਹਦਾ ਦੋਸ਼ੀ ਭਾਵ ਜਾਂ ਫਸ ਜਾਣ ਵਾਲੀ ਸਥਿਤੀ ਹੈਗੀ ਹੈ। ਦੂਸਰੀ ਜਿਹੜੀ ਗੱਲ ਹੈਗੀ ਹੈ ਕਿ ਉਹ ਥੋੜ੍ਹੀ ਜਿਹੀ ਸੁਬਾਹ ਗੱਲ ਹੋਈ ਸੀਗੀ, ਉਹ ਹੋਈ ਹੈ ਕਿ ਪ੍ਰਵਾਸੀ ਲਈ ਨਾ ਸਮਾਂ ਖੜ੍ਹ ਜਾਂਦਾ। ਜਿਸ ਜਿਸ ਸਮੇਂ ਉਹ ਇੱਥੋਂ ਚਲਿਆ ਜਾਂਦਾ ਨਾ ਉਦੋਂ ਹੀ ਉਹਦੇ ਲਈ ਫਰੀਜ਼ ਹੋ ਜਾਂਦਾ। ਸਮਾਂ ਤਾਂ ਬਦਲ ਰਿਹਾ ਪਰ ਉਹ ਬਦਲੇ ਹੋਏ ਪੰਜਾਬ ਨੂੰ ਨਹੀਂ ਸਮਝ ਸਕਦਾ। ਸੁਬਾਹ ਇੱਕ ਗੱਲ ਸਲਮਾਨ ਰਸ਼ਦੀ ਦੇ ਹਵਾਲੇ ਨਾਲ ਹੋਈ ਸੀਗੀ ਕਿ ਜਿਹੜੀ ਤਸਵੀਰ ਆ ਉਹ ਹੌਲੀ ਹੌਲੀ ਧੁੰਦਲੀ ਪੈਂਦੀ ਜਾਂਦੀ ਹੈ।
ਤਸਵੀਰ ਆ ਜਿਹੜੀ ਉਹ ਹੌਲੀ ਹੌਲੀ ਧੁੰਦਲੀ ਪੈਂਦੀ ਜਾਂਦੀ। ਸਲਮਾਨ ਰਸ਼ਦੀ ਦੀ ਇਹ ਹੈਗੀ ਆ ਇਮੇਜ ਘੜੀ ਹੋਈ, ਉਹਦੇ ਉਲਟੇ ਤੇ ਬਿਲਕੁਲ ਉਨੀ ਹੋਈ ਗੱਲ ਮਹੱਤਵਪੂਰਨ ਹੈ ਕਿ ਜਿਹੜੀ ਤਸਵੀਰ ਜਿੰਨੀ ਪੁਰਾਣੀ ਹੁੰਦੀ ਜਾਂਦੀ ਆ ਉਹਦਾ ਮੁੱਲ ਵੀ ਓਨਾ ਹੀ ਵੱਧਦਾ ਜਾਂਦਾ ਹੈ। ਅਤੇ ਇਸੇ ਕਰਕੇ ਜਿਹੜੀ ਪਿਛਲੀ ਪੀੜ੍ਹੀ ਆ ਜਾਂ ਪਹਿਲੀ ਪੀੜ੍ਹੀ ਆ, ਭਾਵ ਜਿਹੜੀ ਬਜ਼ੁਰਗ ਪੀੜ੍ਹੀ ਆ, ਉਹਦੇ ਲਈ ਇਹ ਧੁੰਦਲੀ ਤਸਵੀਰ ਆ, ਜਿਹੜੀ ਫਰੀਜ਼ਡ ਤਸਵੀਰ ਆ, ਉਹਦਾ ਜਿਹੜਾ ਮਾਨਸਿਕ ਮੁੱਲ ਆ ਉਹ ਵੱਧਦਾ ਜਾਂਦਾ ਹੈ। ਹੁਣ ਇਹ ਕੋਈ ਬੰਦਾ ਪ੍ਰਵਾਸ ਤੋਂ ਜਦੋਂ ਧਾਰਨ ਕਰ ਜਾਂਦਾ ਤੇ ਉਸ ਦੇਸ਼ ਨੂੰ ਕਿੰਨੇ ਕੁ ਚਿਰ ਬਾਅਦ ਆਪਣਾ ਦੇਸ਼ ਸਮਝਣ ਲੱਗ ਪੈਂਦਾ। ਅਤੇ ਇੱਥੇ ਕੋਈ ਪੱਕਾ ਫਾਰਮੂਲਾ ਤਾਂ ਨਹੀਂ ਬਣਾਇਆ ਜਾ ਸਕਦਾ, ਪਰ ਇਸ ਤਰ੍ਹਾਂ ਕਿਹਾ ਜਾਂਦਾ ਕਿ ਮੇਜ਼ਬਾਨ ਦੇਸ਼ ਵਿੱਚ ਵੱਧ ਸਮਾਂ ਬਿਤਾਉਣ ਨਾਲ ਦੇਸ਼ ਵਿੱਚ ਬਿਤਾਇਆ ਸਮਾਂ ਘਟਦੇ ਜਾਣ ਨਾਲ ਪ੍ਰਕਿਰਿਆ ਵਾਪਰਦੀ ਹੈ। ਇਹ ਇਸ ਤਰ੍ਹਾਂ ਨਹੀਂ ਗਾ ਕਿ ਜਿਵੇਂ ਕੋਈ ਐਨਾਲੋਗਸ ਹੁੰਦਾ, ਇਹਦੇ ਵਿੱਚ ਵੀ ਕੁਝ ਲੱਗਦਾ ਹੈ ਕਿ ਪੜਾਅ ਜਿਹੇ ਆਉਂਦੇ ਆ। ਉਹਨਾਂ 'ਚੋਂ ਇੱਕ ਪੜਾਅ ਜਿਹਾ ਆਉਂਦਾ ਹੈ ਕਿ ਜਦੋਂ ਪਹਿਲੀ ਵਾਰੀ ਵੀਜ਼ਾ ਲੱਗਦਾ ਹੈ, ਦੂਜੀ ਵਾਰੀ ਕਿ ਜਦ ਸਪੋਂਸਰਸ਼ਿਪ ਮਿਲ ਜਾਂਦੀ ਆ, PR ਮਿਲ ਜਾਂਦੀ ਆ, ਨਾਗਰਿਕਤਾ ਮਿਲ ਜਾਂਦੀ ਆ, ਔਰ ਉਸ ਤੋਂ ਬਾਅਦ ਕੀ ਹੈ ਕਿ ਜਿਹੜੀ ਅਗਲੀ ਪ੍ਰਕਿਰਿਆ ਉਹ ਉਦੋਂ ਵੀ ਗੁੰਝਲਦਾਰ ਆ। ਉਹ ਇਸ ਤਰ੍ਹਾਂ ਹੈਗੀ ਆ ਕਿ ਪਿੰਡ ਦੇ ਵਿੱਚ ਜਿਹੜੀ ਪਈ ਜ਼ਮੀਨ ਜਾਇਦਾਦ ਆ ਜਿਹੜੀ ਉਹ ਵੇਚਣੀ, ਪਿੰਡ ਦੇ ਵਿੱਚ ਪਈ ਜ਼ਮੀਨ ਜਾਇਦਾਦ ਨੂੰ ਵੇਚਣਾ, ਉੱਥੇ ਸ਼ਿਫਟ ਕਰਨਾ। ਬਹੁਤ ਸਾਰੀਆਂ ਪੰਜਾਬੀ ਦੇ ਵਿੱਚ ਕਹਾਣੀਆਂ ਆ ਚੁੱਕੀਆਂ ਕਿ ਜਿਹੜੀਆਂ ਕਹਾਣੀਆਂ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਬੰਦੇ ਬਹੁਤ ਔਖੇ ਹੁੰਦੇ ਆ, ਇੱਥੋਂ ਤੱਕ ਕਿ ਉੱਥੋਂ ਦੀ ਨਾਗਰਿਕਤਾ ਲੈਣ ਲਈ ਆਪਣੇ ਪੋਟੇ ਵੀ ਜਿਹੜੇ ਤਵਿਆਂ 'ਤੇ ਸਾੜ ਲੈਂਦੇ ਆ ਆਪਦੀ ਪੁਰਾਣੀ ਪਛਾਣ ਲੁਕਾਉਣ ਦੇ ਲਈ। ਪਰ ਜਦੋਂ ਉੱਥੇ ਸੈਟਲ ਹੋ ਜਾਂਦੇ ਤੇ ਇੱਕ ਦਿਨ ਮਾ ਕੇ ਖਾਸ ਕਰਕੇ ਜਿਹੜਾ ਅਮਰੀਕਨ ਸਿਸਟਮ ਆ ਕਿ ਜਦੋਂ ਉਹ ਸੱਦ ਕੇ ਕਹਿੰਦੇ ਕਿ ਲਓ ਭਾਈ ਹੁਣ ਤੁਹਾਨੂੰ ਗ੍ਰੀਨ ਕਾਰਡ ਤੋਂ ਬਾਅਦ ਹੁਣ ਤੁਹਾਨੂੰ ਜਮਾਂ ਪੱਕੇ ਬਣਾਉਣ ਲੱਗੇ ਆ ਆਪਦੇ ਬੰਦੇ, ਨਾਗਰਿਕਤਾ ਜਿਸ ਦਿਨ ਗ੍ਰਹਿਣ ਕਰਨੀ ਆ ਉਸ ਦਿਨ ਬੰਦੇ ਫਿਰ ਰੋਣ ਲੱਗ ਪੈਂਦੇ। ਤਾਂ ਇਹ ਜਿਹੜੀ ਹੈਗੀ ਆ ਪਹਿਲਾਂ ਇਹ ਕਿ ਜਿਸ ਚੀਜ਼ ਲਈ ਇੰਨਾ ਲੁੱਛਣਾ, ਜਿਸ ਚੀਜ਼ ਲਈ ਇੰਨਾ ਮਨ 'ਚ ਆਉਣਾ ਕਿ ਸਾਨੂੰ ਇਸ ਦੇਸ਼ ਦੀ ਨਾਗਰਿਕਤਾ ਮਿਲ ਜੇ, ਮਿਲਣਾ ਜਿਹੜਾ ਵਾਪਰਦਾ ਉਹਦੇ ਨਾਲ ਉਹਦੀ ਮਨ ਦੇ ਵਿੱਚ ਇੱਕ ਦਫਾੜਤਾ ਪੈਦਾ ਹੁੰਦੀ ਹੈ। ਦੂਜੀ ਪੀੜ੍ਹੀ ਦਾ ਮਾਪਿਆਂ ਦੇਸ਼ ਨਾਲ ਸੰਬੰਧ, ਘਰ ਦੇ ਮਾਹੌਲ, ਸਿੱਖਿਆ, ਕੰਮਕਾਰ, ਪੰਜਾਬ ਵਿੱਚ ਰਿਸ਼ਤੇਦਾਰ, ਜਾਇਦਾਦ ਅਤੇ ਮੇਜ਼ਬਾਨ ਮੁਲਕ ਵਿੱਚ ਵਿਅਕਤੀ ਪੱਧਰ 'ਤੇ ਅਤੇ ਸਮੂਹਕ ਪੱਧਰ 'ਤੇ ਪ੍ਰਵਾਨਗੀ ਵੀ ਇਹਨੂੰ ਪ੍ਰਭਾਵਿਤ ਕਰਦੀ ਹੈ। ਅਗਲੀ ਜਿਹੜੀ ਸਮੱਸਿਆ ਇਹ ਹੈ ਕਿ ਇੱਕ ਚੀਜ਼ ਨੂੰ ਜਿਸ ਨੂੰ ਸਮਝਣ ਦੀ ਜ਼ਰੂਰਤ ਆ ਉਹ ਬੜੀ ਅਜੀਬ ਹੈਗੀ ਹੈ ਕਿ ਆਮ, ਮੈਂ ਇਹ ਲਾਈਨਾਂ ਪੜ੍ਹ ਦਿੰਦਾ ਤਾਂ ਕਿ ਇਹਦੇ ਵਿੱਚ, ਕਿਉਂਕਿ ਇੱਕ ਤਰ੍ਹਾਂ ਦਾ ਕਨਕਲੂਜਨ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਮ ਅਮਨ ਦੀਆਂ ਸਥਿਰ ਹਾਲਤਾਂ ਵਿੱਚ ਦੂਜੀ ਪੀੜ੍ਹੀ ਜਾਂ ਤੀਜੀ ਪੀੜ੍ਹੀ ਦੀ ਕੋਈ ਸਮੱਸਿਆ ਨਹੀਂ ਹੁੰਦੀ। ਜੇ ਹੁੰਦੀ ਵੀ ਹੈ ਤਾਂ ਚੌਥੀ ਪੀੜ੍ਹੀ ਵਿੱਚ ਖਤਮ ਹੋ ਜਾਂਦੀ ਹੈ। ਮੈਂ ਸ਼ਬਦ ਵਰਤ ਰਿਹਾ ਆਮ, ਸਥਿਰ, ਅਮਨ ਦੀਆਂ ਹਾਲਤਾਂ। ਪਰ ਵਿਸ਼ੇਸ਼ ਸੰਕਟ ਦੀਆਂ ਅਸਥਿਰ ਸਥਿਤੀਆਂ ਸਮੇਤ ਦੇਸੀ ਵਿਦੇਸ਼ੀ ਮੂਲ ਦਾ ਮਸਲਾ ਕਦੋਂ ਉੱਠ ਖੜ੍ਹਾ ਹੋਵੇ, ਇਸ ਬਾਰੇ ਇਤਿਹਾਸ ਦਿਲ ਦਹਿਲਾ ਦੇਣ ਵਾਲੇ ਵਾਕਿਆਂ ਨਾਲ ਭਰਿਆ ਪਿਆ ਹੈ। ਕਿਸ ਸਮੇਂ ਉੱਠ ਖੜ੍ਹੇ ਬਿਲਕੁਲ ਹੀ ਸਾਨੂੰ ਕੋਈ ਨਹੀਂ ਪਤਾ। ਯਹੂਦੀ ਕਿਹੜੇ ਵੇਲੇ 'ਤੇ ਗਏ ਸੀ, ਡਾਇਸਪੋਰਾ ਸ਼ਬਦ ਵੀ ਆਪਾਂ ਨੂੰ ਉਹਨਾਂ ਨੇ ਬਖਸ਼ਿਆ, ਪਰ ਕਿਹੜੇ ਵੇਲੇ ਮਤਲਬ ਕਿ ਇਹ ਮਸਲਾ ਉੱਠ ਖੜਿਆ, ਐਡੀ ਵੱਡੀ ਹਾਲੋਕਾਸਟ ਹੋਈ, ਸੈਕੰਡ ਵਰਲਡ ਵਾਰ, ਆਪਾਂ ਦੁਹਰਾਉਣਾ ਨਹੀਂ ਚਾਹੁੰਦੇ। ਫਿਜੀ ਦੇ ਵਿੱਚ ਕਦੋਂ ਕਿ ਉਹ ਬਾਉਂਡਡ ਲੈਬਰ ਚਲੀ ਗਈ, ਕਿੰਨਾ ਚਿਰ ਉੱਥੇ ਰਹੇ, ਕਦੋਂ ਉੱਥੇ ਮਹਿੰਦਰ ਚੌਧਰੀ ਪ੍ਰਧਾਨ ਮੰਤਰੀ ਬਣ ਗਿਆ, ਕਿੰਨਾ ਚਿਰ ਉਹਨੂੰ ਰਾਜ ਕਰਦੇ ਨੂੰ ਹੋ ਗਿਆ, ਕੋਈ ਗੱਲ ਨਹੀਂ। ਕਿਹੜੇ ਵੇਲੇ ਉੱਠ ਖੜਿਆ ਹੋਵੇ ਕੋਈ ਪਤਾ ਨਹੀਂ ਲੱਗਦਾ। ਮਾਫ਼ ਕਰਨਾ, ਮਤਲਬ ਕਿ ਪੰਜਾਬ ਦੇ ਵਿੱਚੋਂ ਕਮਿਊਨਿਟੀ, ਸਿੱਖ ਕਮਿਊਨਿਟੀ ਸਭ ਤੋਂ ਵੱਡਾ ਆਪਣਾ ਹਮਦਰਦ ਅਮਰੀਕਾ ਨੂੰ ਮੰਨਦੀ ਸੀਗੀ। ਉਹਨਾਂ ਦੇ ਇੱਥੇ ਪੰਜਾਬ ਦੇ ਵਿੱਚ ਨੇਤਾਵਾਂ ਦੇ ਬਿਆਨਾਂ ਤੋਂ ਵੀ ਚੰਗੀ ਤਰ੍ਹਾਂ ਜਾਪਦਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਹਰ ਮਸਲਾ ਜਿਹੜਾ ਉਹ ਬੁਤਰਸ ਘਾਲੀ UNO ਰਾਹੀਂ ਹੱਲ ਕਰਾਊਗਾ, ਜਾਂ ਕਲਿੰਟਨ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਸੀਗੀਆਂ। ਕਿਹੜਾ ਵੇਲਾ ਹੈ ਕਿ ਉਹ ਕੀ ਸੰਕਟ ਆ ਗਿਆ ਕਿ ਉਹ ਕਿ ਸਿੱਖਾਂ ਨੂੰ ਮਾਰਨਾ ਸ਼ੁਰੂ ਕਰਤਾ। ਜਦੋਂ ਗਾਹੇ ਬਗਾਹੇ ਕਦੇ ਕਦਾਈ ਮਰਦੇ ਸੀਗੇ ਉਹ ਗੱਲ ਹੋਰ ਸੀਗੀ, ਜਦੋਂ ਕਿ ਗੁਰਦੁਆਰੇ ਦੇ ਵਿੱਚ ਸੋਚ ਸਮਝ ਕੇ ਗੋਲੀਆਂ ਚੱਲਦੀਆਂ, ਉਹਨੂੰ ਸਧਾਰਨ ਇਹ ਗੱਲ ਨਹੀਂ ਗੀ, ਅਤੇ ਉਹਨੂੰ ਸਧਾਰਨ ਨਹੀਂ ਮੰਨਣਾ ਚਾਹੀਦਾ, ਜਿਵੇਂ ਅਸੀਂ ਉੱਥੇ ਪਰਦਾਪੋਸ਼ੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ। ਅਤੇ ਮੈਂ ਕਹਿੰਦਾ ਸੰਕਟ ਦੇ ਸਮੇਂ ਕੀ ਹੋ ਜਾਂਦਾ ਕਿ ਦੁਬਾਰਾ ਫਿਰ ਉਹ ਚੀਜ਼ਾਂ ਉੱਠ ਖੜ੍ਹਦੀਆਂ ਹੈਗੀਆਂ। ਜਦੋਂ ਇੱਕ ਸਾਡੇ ਪੰਜਾਬੀ ਦੇ ਵਿੱਚ ਮੁਹਾਵਰਾ ਹੈਗਾ ਕਿ ਇਹ ਬੰਦਾ 7 ਪੁਸ਼ਤਾਂ ਤੱਕ ਰਾਜ ਕਰੂਗਾ, ਜਾਂ 7 ਪੁਸ਼ਤਾਂ ਲੋਕਧਾਰਾ ਦੇ ਵਿੱਚ ਬਹੁਤ ਇਹ ਕਰਦਾ। ਤਾਂ ਮੈਨੂੰ ਵੀ ਐਂ ਲੱਗਦਾ ਕਿ 7 ਪੁਸ਼ਤਾਂ ਬਾਅਦ ਬਿਲਕੁਲ ਹੀ ਕਿ ਚੀਜ਼ ਉੱਥੇ ਜਜ਼ਬ ਹੋ ਜਾਂਦੀ, ਦੂਜੀ ਪੀੜ੍ਹੀ ਤੀਜੀ ਪੀੜ੍ਹੀ ਵਾਲੀ ਗੱਲ ਨਹੀਂ ਰਹਿੰਦੀ। ਪਰ 7 ਪੁਸ਼ਤਾਂ ਤੋਂ ਬਾਅਦ ਵੀ 2-3 ਚੀਜ਼ਾਂ ਇਹੋ ਜਿਹੀਆਂ ਕਿ ਜਿਹੜੀਆਂ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰਦੀਆਂ। ਇੱਕ ਨਸਲ ਰਹਿ ਜਾਂਦੀ ਹੈ, ਜਿਹਨੂੰ ਅਸੀਂ DNA ਕਹਿੰਦੇ ਹਾਂ, ਉਹ ਰਹਿ ਜਾਂਦੀ ਹੈ। ਰੰਗ, ਇੱਕ ਇਹ ਕਿ ਕੋਸ਼ਿਸ਼ ਕਰਕੇ ਜਿਹੜੇ ਤੁਸੀਂ ਰੱਖੇ ਹੋਏ ਧਾਰਮਿਕ ਚਿੰਨ੍ਹ ਨੇ, ਉਹ ਚਾਹੇ ਪੱਗ ਹੋਵੇ, ਚਾਹੇ ਕਿਰਪਾਨ ਹੋਵੇ, ਚਾਹੇ ਕੜਾ ਹੋਵੇ,
ਬਾਹਰੀ ਪਛਾਣ ਅਭੇਦ ਹੋਣ ਦੇ ਬਾਵਜੂਦ ਮੇਜ਼ਬਾਨ ਦੇਸ਼ ਦੀ ਭਾਰੂ ਨਸਲੀ ਧਾਰਮਿਕ ਭਾਸ਼ਾਈ ਸੱਭਿਆਚਾਰਕ ਸਮੂਹ ਨੂੰ ਜਦੋਂ ਜ਼ਰੂਰਤ ਪੈਂਦੀ ਹੈ ਤਾਂ ਆਰਥਿਕ ਕਾਰਨਾਂ ਕਰਕੇ ਜਾਂ ਸਿਆਸੀ ਤਾਕਤ ਦੇ ਲਈ ਬਾਹਰੋਂ ਆਇਆਂ ਨੂੰ ਜੇ ਦੇਸ਼ ਦੀਆਂ ਹੱਦਾਂ ਤੋਂ ਬਾਹਰ ਨਹੀਂ ਤਾਂ ਘੱਟੋ ਘੱਟ ਉਹ ਮੁੱਖ ਧਾਰਾ 'ਚੋਂ ਕੱਢ ਦਿੰਦੇ ਆ। ਜਦੋਂ ਵੀ ਲੋੜ ਪੈਂਦੀ ਹੈ ਉਹ ਕੱਢਦੇ ਆ। ਇਤਿਹਾਸ ਅਜਿਹੀਆਂ ਗੱਲਾਂ ਨਾਲ ਬਹੁਤ ਸਾਰਾ ਭਰਿਆ ਪਿਆ। ਕਿਉਂਕਿ ਮੇਰਾ ਮੁੱਖ ਮਸਲਾ ਇਹ ਸੀਗਾ ਕਿ ਮੈਂ ਪੰਜਾਬੀ ਦੀ ਦ੍ਰਿਸ਼ਟੀ ਤੋਂ ਪ੍ਰਵਾਸ ਤੇ ਮੂਲਵਾਸ ਨੂੰ ਵੇਖਣਾ। ਇਹ ਸਾਰੀ ਸਮੱਸਿਆ ਦਾ ਹੱਲ ਕੀ ਹੋ ਸਕਦਾ, ਕਿਉਂ ਉਹਦੇ ਲਈ ਮੈਂ ਸਿਰਫ ਕੁਝ ਨੁਕਤੇ ਬਸ ਤੁਹਾਡੇ ਨਾਲ ਸਾਂਝੇ ਕਰਨੇ ਆ ਕਿ ਕੀ ਹੋ ਸਕਦਾ ਹੈਗਾ। ਇੱਕ ਗੱਲ ਤਾਂ ਇਹ ਕਿ ਬਾਹਰ ਪੰਜਾਬੀਆਂ ਦੀ ਪਛਾਣ ਤਾਂ ਹੀ ਬਚੂਗੀ ਜੇ ਭਾਸ਼ਾ ਸਾਹਿਤ ਤੇ ਸੱਭਿਆਚਾਰ ਬਚੂਗਾ। ਇਹ ਆਮ ਗੱਲ ਕਹੀ ਜਾਂਦੀ ਹੈ, ਪਰ ਇੱਥੇ ਮੇਰਾ ਸਿਰਫ ਨੁਕਤਾ ਇੰਨਾ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿ ਜੇ ਮੂਲਵਾਸ ਹੀ ਉੱਜੜ ਗਿਆ, ਭਾਵ ਜੜ ਨਾ ਰਹੀ, ਤਾਂ ਉੱਪਰੀਆਂ ਬਾਹਰੀ ਵਿਦੇਸ਼ੀ ਧਰਤੀਆਂ ਤੇ ਟਾਹਣੀਆਂ ਦੇ ਪ੍ਰਫੁੱਲਤ ਹੋਣ ਦੀ ਆਸ ਰੱਖਣੀ ਨਿਰਮੂਲ ਆ। ਮੇਰਾ ਖਿਆਲ ਇਹੀ ਗੱਲ ਗਿਆਨ ਸਿੰਘ ਜੀ ਨੇ ਕਹੀ ਸੀਗੀ ਕਿ ਦਰਖਤ ਕਿੰਨਾ ਵੀ ਖੂਬਸੂਰਤ ਹੋਵੇ ਉਹ ਜੜ ਬਿਨਾਂ ਨਹੀਂ। ਜੇ ਇੱਥੇ ਖਤਮ ਹੋ ਗਿਆ ਤਾਂ ਇਹ ਨਾ ਸਮਝੀਏ ਕਿ ਬਾਹਰ ਤਾਂ ਪੰਜਾਬੀ ਭਾਸ਼ਾ ਸਾਹਿਤ ਸੱਭਿਆਚਾਰ ਬਚ ਜਾਊਗਾ ਜੇ ਪੰਜਾਬ 'ਚ ਨਾ ਬਚਿਆ। ਦੂਜੀ ਗੱਲ ਇਹ ਹੈ ਕਿ ਜਿਹੜੀ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਦੀ ਮਸਲਾ ਜਿਹੜਾ ਆਪਦੇ ਦੇਸ਼ ਨਾਲ ਉਹ ਭਾਵਕਤਾ ਦਾ ਹੋ ਸਕਦਾ, ਪਰ ਜਿਹੜੀ ਦੂਜੀ ਤੋਂ ਤੀਜੀ ਤੇ ਚੌਥੀ ਪੀੜ੍ਹੀ ਆ ਉਹ ਪੰਜਾਬ ਨਾਲ ਕਿਸੇ ਵੀ ਪੱਧਰ 'ਤੇ ਤਾਂ ਹੀ ਜੁੜੂਗੀ ਜੇ ਪੰਜਾਬ ਵਿੱਚ ਬਹੁਪੱਖੀ ਤਾਕਤ ਹੋਊਗੀ। ਜਦੋਂ ਮੈਂ ਬਹੁਪੱਖੀ ਤਾਕਤ ਕਹਿੰਦਾ ਤਾਂ ਉਹਦੇ ਵਿੱਚ ਆਰਥਿਕ ਤਾਕਤ ਵੀ ਸ਼ਾਮਲ ਆ, ਉਹਦੇ ਵਿੱਚ ਇਹਦੀ ਸੱਭਿਆਚਾਰਕ ਅਮੀਰੀ ਵੀ ਸ਼ਾਮਲ ਹੈਗੀ ਆ। ਪੰਜਾਬੀਆਂ ਨੂੰ ਆਪਣੀਆਂ ਕਦਰਾਂ ਕੀਮਤਾਂ ਦੀ ਅਮੀਰੀ ਪੁਨਰ ਸਥਾਪਿਤ ਕਰਨੀ ਪਊਗੀ ਜੇ ਕੋਈ ਉਹਦੇ ਵਿੱਚ ਅਮੀਰੀ ਹੈਗੀ ਹੈ। ਅਗਲੀ ਗੱਲ ਕੁਝ ਹੈ ਕਿ ਜਿਵੇਂ ਨਾ ਕੁਝ ਨੁਕਤੇ ਬੜੇ ਵਿਹਾਰਕ ਨੇ। ਉਹ ਵਿਹਾਰਕ ਇਹ ਕਿ ਬਹੁਤ ਸਾਰੇ ਦੇਸ਼ਾਂ ਵਿੱਚ ਜਿਹੜੇ ਸ਼ੁੱਧ ਅੰਗਰੇਜ਼ੀ ਭਾਸ਼ੀ ਦੇਸ਼ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਇੱਕ ਹੈਗਾ ਕਿ ਤੁਸੀਂ ਸੈਕੰਡ ਲੈਂਗੁਏਜ ਆ ਜਿਹੜੀ ਉਹ ਪਹਿਲੀ ਅੰਗਰੇਜ਼ੀ ਪੜ੍ਹ ਲਈ, ਸੈਕੰਡ ਲੈਂਗੁਏਜ ਉਹ ਪੜ੍ਹਨ ਲਈ ਤੁਹਾਨੂੰ ਆਪਸ਼ਨ ਦਿੰਦੇ ਆ। ਤਾਂ ਪੰਜਾਬ ਦੇ ਜਿਹੜੇ ਮਾਪਿਆਂ ਦੇ ਬੱਚੇ ਹੈਗੇ ਆ ਕੈਨੇਡਾ ਦੀ ਸਥਿਤੀ ਨੂੰ ਛੱਡ ਕੇ ਬਾਕੀ ਜਿਹੜੇ ਬੱਚੇ ਹੈਗੇ ਜਦੋਂ ਉਹਨਾਂ ਨਾਲ ਗੱਲ ਕਰੀਦੀ ਹੈ, ਕਿਉਂਕਿ ਸਾਡਾ ਡਾਟਾ ਬਹੁਤਾ ਜਿਹੜਾ ਹੈਗਾ ਉਹ ਆਇਆਂ ਨਾਲ ਕੀਤੀਆਂ ਹੋਈਆਂ ਗੱਲਾਂ ਬਾਤਾਂ ਜਾਂ ਕਦੇ ਕਦਾਈ ਜਾ ਕੇ ਵੇਖੀ ਸਥਿਤੀ ਹੈਗੀ ਹੈ, ਉਹ ਫਰੈਂਚ ਜਾਂ ਸਪੇਨਿਸ਼ ਨੂੰ ਤਰਜੀਹ ਦਿੰਦੇ ਆ ਪੰਜਾਬੀ ਦੀ ਬਜਾਏ। ਅਤੇ ਇਹ ਹੁਣ ਥੋੜ੍ਹੀ ਜਿਹੀ ਜ਼ਿੰਮੇਵਾਰੀ ਮਾਪਿਆਂ ਸਿਰ 'ਤੇ ਵੀ ਹੈਗੀ ਹੈ। ਤੀਜੀ ਇਹ ਕਿ ਪੰਜਾਬ ਨਾਲ ਜੇ ਭਾਵਕਤਾ ਦਾ ਰਿਸ਼ਤਾ ਤਾਂ ਉਹ ਉਹਨਾਂ ਦੇ ਆਉਣ ਜਾਣ ਨਾਲ ਹੀ ਬਣਿਆ, ਜਿਹਨੂੰ ਕਹਿੰਦੇ ਕਿ ਗੇੜਾ ਲਾਉਣ ਨਾਲ ਬਣਿਆ। ਅਤੇ ਗੇੜਾ ਜਿਹੜਾ ਲਵਾਉਂਦੇ ਆ ਉਹ ਗੇੜਾ ਇੱਥੇ ਲਾਉਣ ਦੀ ਬਜਾਏ ਉਹ ਯੂਰਪ ਘੁੰਮਣਾ ਚਾਹੁੰਦੇ ਆ ਜਾਂ ਆਸਟ੍ਰੇਲੀਆ ਘੁੰਮਣਾ ਚਾਹੁੰਦੇ ਆ। ਕਿਉਂ ਯੂਰਪ ਜਾਂ ਆਸਟ੍ਰੇਲੀਆ ਘੁੰਮਣਾ ਚਾਹੁੰਦੇ ਆ? ਉਹਦੀ ਸਥਿਤੀ ਵੀ ਇਹ ਕਿ ਜਦੋਂ ਪੰਜਾਬ ਦਾ ਗੇੜਾ ਬੱਚਿਆਂ ਨੂੰ ਲਵਾਇਆ ਜਾਂਦਾ ਉਹ ਬਿਲਕੁਲ ਰੂਟੀਨ ਗੇੜਾ ਹੋ ਜਾਂਦਾ, ਹੌਲੀਡੇ ਨਹੀਂ ਗੀ ਉਹ ਤਾਂ ਮਾਂ ਪਿਓ ਦੇ ਲਈ ਬੱਝਿਆ ਹੋਇਆ ਇੱਕ ਗੇੜਾ ਹੈ। ਮਾਂ ਪਿਓ ਦੀ ਇੱਛਾ ਪੂਰੀ ਕਰਨ ਲਈ ਜਾਂ ਉਹਨਾਂ ਤੋਂ ਕੋਈ ਪੈਸਾ ਜਾਂ ਫੀਸ ਲੈਣ ਲਈ ਇੱਕ ਰਿਸ਼ਵਤ ਦੇ ਕੇ ਉਹ ਲਿਆਂਦਾ ਹੋਇਆ ਗੇੜਾ। ਪੰਜਾਬ ਦੇ ਵਿੱਚ ਟੂਰਿਜ਼ਮ ਜਿਹੜਾ ਹੈਗਾ ਇਸ ਕਿਸਮ ਦਾ ਉਹ ਵਿਕਸਿਤ ਕਰਨ ਦੀ ਲੋੜ ਹੈਗੀ ਹੈ। ਇੱਕ ਇਹ ਕਿ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਕਲਾਵਾਂ ਹੈਗੀਆਂ ਜਿਵੇਂ ਫਿਲਮਾਂ, ਪੇਂਟਿੰਗ ਜਾਂ ਸੰਗੀਤ ਜਾਂ ਖੇਡਾਂ, ਉਹਨਾਂ ਦੇ ਵਿੱਚ ਨਵੀਂ ਪੀੜ੍ਹੀ ਨੂੰ ਪਾਉਣਾ ਚਾਹੀਦਾ। ਖਾਸ ਕਰਕੇ ਹੁਣ ਜਿਵੇਂ ਕਬੱਡੀ ਹੈਗੀ ਆ ਪੰਜਾਬੀਆਂ ਦੀ ਕਹਿ ਸਕਦੇ ਹਾਂ ਕਿ ਇੱਕ ਗੇਮ ਹੈਗੀ ਹੈ, ਪਰ ਬਾਹਰ ਦੇ ਪੰਜਾਬੀ ਘੱਟ ਖੇਡਦੇ ਆ। ਜੇ ਪੰਜਾਬੀ ਦੀਆਂ ਬਾਹਰ ਦੀਆਂ ਕਲੱਬਾਂ ਨੇ ਖਿਡਵਾਉਣੇ ਆ ਤਾਂ ਉਹ ਇੱਥੋਂ ਪੰਜਾਬੀਆਂ ਨੂੰ ਲੈ ਕੇ ਜਾਂਦੇ ਆ, ਅਤੇ ਨਹੀਂ ਫਿਰ ਕੀ ਹੈਗੇ ਆ। ਹੁਣ ਆ ਪਿਛਲੇ ਵਰਲਡ ਕੱਪ ਦੇ ਵਿੱਚ ਵੇਖਿਆ ਹੀ ਅਸੀਂ ਕਿ ਹੋਰ ਨਸਲਾਂ ਦੇ ਜਾਂ ਹੋਰ ਧਰਮਾਂ ਦੇ ਜਾਂ ਹੋਰ ਦੇਸ਼ਾਂ ਦੇ ਲੋਕ ਆ ਜਿਹੜੇ ਉਹ ਜ਼ਿਆਦਾ ਖੇਡ ਰਹੇ ਆ। ਪੰਜਾਬੀ ਪੀੜ੍ਹੀ ਜਿਹੜੀ ਉੱਧਰ ਬਾਹਰ ਗਈ ਆ ਉਹ ਘੱਟ ਖੇਡ ਰਹੀ ਆ। ਆਖਰੀ ਜਿਹੜੀ ਮੈਂ ਇਸ ਸੰਬੰਧੀ ਗੱਲ ਕਰਨਾ ਚਾਹੁੰਦਾ ਉਹ ਸਿਰਫ ਇੰਨੀ ਗੱਲ ਹੀ ਕਰਨੀ ਚਾਹੁੰਦਾ ਕਿ ਨਾ ਕਰਦੇ ਵੀ ਪੰਜਾਬ ਵਿੱਚ ਦੋ ਚੀਜ਼ਾਂ ਹਜੇ ਵੀ ਪੱਛਮੀ ਮੁਲਕਾਂ ਨਾਲੋਂ ਸਸਤੀਆਂ, ਇੱਕ ਸਿੱਖਿਆ ਅਤੇ ਇੱਕ ਸਿਹਤ। ਰਹੀ ਗੱਲ ਮਿਆਰ ਦੀ, ਅਤੇ ਮੈਂ ਇਹ ਗੱਲ ਬੜੇ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਮਿਆਰ ਕਿਸੇ ਤਰ੍ਹਾਂ ਵੀ ਪੰਜਾਬ ਦਾ ਉਸ ਤਰ੍ਹਾਂ ਪ੍ਰਾਈਵੇਟ ਪੱਧਰ 'ਤੇ ਘੱਟ ਨਹੀਂ ਗਾ। ਸਿਰਫ ਜਿਹੜਾ ਬ੍ਰਾਂਡ ਆ ਉਹ ਇਸਟੈਬਲਿਸ਼ ਨਹੀਂ ਹੈਗਾ। ਇਹ ਬ੍ਰਾਂਡ ਆ ਜਿਹੜਾ ਉਹ ਪੰਜਾਬ ਨੂੰ ਜ਼ਰੂਰ ਆਪਣਾ ਇਸਟੈਬਲਿਸ਼ ਕਰਨਾ ਪਊਗਾ। ਆਖਰ 'ਚ ਇੱਕੋ ਗੱਲ ਇਹ ਕਿ ਜਿਹੜੀ ਪੀੜ੍ਹੀ ਦੀ ਆਪਾਂ ਵਾਰ-ਵਾਰ ਗੱਲ ਕਰਦੇ ਹਾਂ ਕਿ ਜਿਹੜੀ ਪੀੜ੍ਹੀ ਦੋਵਾਂ ਪਾਸਿਆਂ 'ਤੇ ਜੁੜੀ ਹੋਈ ਆ, ਜੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਆਪਣੀਆਂ ਜਾਇਦਾਦਾਂ ਵੇਚ ਦਿੱਤੀਆਂ, ਉਹ ਗੱਲਾਂ ਵੱਖਰੀਆਂ ਹੈਗੀਆਂ ਕਿ ਉਹਨਾਂ ਜਾਇਦਾਦਾਂ ਦੀ ਪੰਜਾਬ ਵਿੱਚ ਰੱਖਿਆ ਕਿਵੇਂ ਕਰਨੀ ਆ, ਭਰਾ ਹੀ ਕਿਵੇਂ ਕਤਲ ਕਰ ਦਿੰਦੇ ਆ, ਉਹ ਜਾਇਦਾਦਾਂ ਬਚਣਗੀਆਂ ਕਿਵੇਂ, ਉਹ ਵਗੈਰਾ ਵਗੈਰਾ। ਪਰ ਜੇ ਉਹਨਾਂ ਨੇ ਜਾਇਦਾਦਾਂ ਖਤਮ ਕਰ ਦਿੱਤੀਆਂ ਤਾਂ ਬਹੁਤ ਘੱਟ ਸੰਭਾਵਨਾ ਹੈ ਕਿ ਜਿਹੜੇ ਨਵੇਂ ਬੰਦੇ ਆ ਉਹ ਜੁੜਨਗੇ। ਤਾਂ ਇਸ ਸਥਿਤੀ ਦੇ ਵਿੱਚ ਇਹ ਤਾਂ ਸਾਨੂੰ ਜਾਪਦਾ ਹੀ ਆ ਕਿ ਇੱਕ ਦਿਨ ਸਾਰੀ ਦੁਨੀਆ ਦੇ ਵਿੱਚ ਇੱਕੋ ਤਰ੍ਹਾਂ ਦਾ ਕੋਈ ਮੁਲਕ ਜਾਂ ਇੱਕੋ ਤਰ੍ਹਾਂ ਦੀ ਸਰਕਾਰ ਹੋ ਜਾਣੀ ਆ ਕਦੇ ਭਵਿੱਖ ਦੇ ਵਿੱਚ। ਪਰ ਅੱਜ ਦਾ ਜਿਹੜਾ ਸਮਾਂ ਜਾਂ ਅੱਜ ਤੋਂ 50 ਸਾਲ ਦਾ ਸਮਾਂ ਜਾਂ ਅੱਜ ਤੋਂ 100 ਸਾਲ ਦਾ ਸਮਾਂ, ਉਹਦੇ ਵਿੱਚ
ਕੁਝ ਪੀੜ੍ਹੀਆਂ ਨੇ, ਕੁਝ ਵਿਅਕਤੀਆਂ ਨੇ ਜ਼ਰੂਰ ਹੀ ਇਹ ਸੰਤਾਪ ਭੋਗਣਾ ਹੈ, ਇੱਥੋਂ ਦਾ ਤੇ ਉੱਥੋਂ ਦਾ, ਮੂਲਵਾਸ ਦਾ ਤੇ ਪ੍ਰਵਾਸ ਦਾ। ਉਸ ਦਵੰਦ ਦੇ ਵਿੱਚ ਫਸਣਾ ਹੀ ਫਸਣਾ ਹੈ। ਉਸ ਦਵੰਦ ਦੇ ਵਿੱਚੋਂ ਇਹੋ ਜਿਹੇ ਸੈਮੀਨਾਰ ਜਾਂ ਸਭਾ ਸੁਸਾਇਟੀਆਂ ਜਾਂ ਭਾਈਚਾਰਾ ਕੀ ਕਰ ਸਕਦਾ ਹੈ? ਸਾਡਾ ਜਿਹੜਾ ਨੁਕਤਾ ਹੈਗਾ ਕਿ ਇਹੋ ਜਿਹੀਆਂ ਕਾਨਫਰੰਸਾਂ ਦੇ ਰਾਹੀਂ ਅਸੀਂ ਉਹਦੇ ਲਈ ਕੁਝ ਹੱਲ ਤਲਾਸ਼ੀਏ। ਬਹੁਤੀ ਵਾਰੀ ਅਸੀਂ ਸਮੱਸਿਆ ਨੂੰ ਲੱਭ ਲੈਂਦੇ ਹਾਂ, ਸਮੱਸਿਆ ਨੂੰ ਪਰਿਭਾਸ਼ਾਬੱਧ ਕਰ ਲੈਂਦੇ ਹਾਂ, ਅਤੇ ਕਿਹਾ ਜਾਂਦਾ ਕਿ ਜੇ ਸਮੱਸਿਆ ਪਰਿਭਾਸ਼ਾਬੱਧ ਹੋ ਜੇ ਤਾਂ ਕੋਈ ਨਾ ਕੋਈ ਉਹਦਾ ਹੱਲ ਵੀ ਨਿਕਲ ਆਉਂਦਾ। ਤਾਂ ਉਸ ਹੱਲ ਦੇ ਲਈ ਇਸ ਕਿਸਮ ਦੀਆਂ ਕਾਨਫਰੰਸਾਂ ਦੀ ਬਹੁਤ ਸਾਰਥਕਤਾ ਹੈ। ਧੰਨਵਾਦ।